ਸਤਿ ਸ਼੍ਰੀ ਅਕਾਲ ਜੀ। ਆਪ ਸਭ ਜੀ ਦਾ ਸਵਾਗਤ ਹੈ ਤੁਹਾਡੇ ਆਪਣੇ ਅਫੀਸ਼ੀਅਲ ਐਪ ਪੋਜ਼ਿਟਿਵ ਵਾਈਬ ਪੰਜਾਬ ਦੇ ਉੱਤੇ। ਜਿਵੇਂ ਕਿ ਬੇਟੇ ਇੱਥੇ ਆਪਾਂ ਤਿਆਰੀ ਕਰ ਰਹੇ ਹਾਂ ਸਬ ਇੰਸਪੈਕਟਰ ਵਾਸਤੇ ਕੰਪਿਊਟਰ ਦੀ, ਤੇ ਟੈਸਟ ਬੈਚ ਦੇ ਵਿੱਚ ਯਾਨੀ ਕਿ ਟੈਸਟ ਬੈਚ ਤੇ ਮਾਸਟਰ ਬੈਚ ਦੇ ਵਿੱਚ ਆਪਾਂ ਟੈਸਟ ਕਰ ਰਹੇ ਹਾਂ ਤੇ ਅੱਜ ਟੈਸਟ 2 ਆਪਾਂ ਡਿਸਕਸ ਕਰਨ ਜਾ ਰਹੇ ਹਾਂ। ਬਹੁਤ ਅੱਛਾ ਮਤਲਬ ਰਿਜ਼ਲਟ ਰਿਹਾ ਆਪਣੇ ਬੱਚਿਆਂ ਦਾ ਤੇ ਕਾਫੀ ਬੱਚਿਆਂ ਨੇ ਸਪੋਰਟ ਕੀਤੀ ਇਸ ਬੈਚ ਨੂੰ। ਤੇ ਗੱਲ ਕਰਦੇ ਆ ਰਾਜੇ, ਆਹ ਤੁਹਾਡਾ ਟੈਸਟ ਬੈਚ ਜਿਹੜਾ ਆਪਾਂ ਸਪੈਸ਼ਲ ਲਾਂਚ ਕੀਤਾ 199 ਵਾਲਾ, ਉਸ ਦੇ ਬੱਚਿਆਂ ਦੀ ਪਰਫਾਰਮੈਂਸ ਹੈਗੀ ਹੈ। ਜੇ ਮੈਂ ਗੱਲ ਕਰਾਂ 66 ਬੱਚੇ ਅਪੀਅਰ ਹੋਏ ਸੀਗੇ, ਜਿਹਦੇ ਵਿੱਚੋਂ ਜਿਹੜੇ ਹਰਪ੍ਰੀਤ ਕੌਰ ਹੈਗੇ ਉਹਨਾਂ ਦੇ 91 ਮਾਰਕਸ ਹੈ, ਜਸ ਜੀ ਦੇ 85 ਹੈ, ਰਵੀ ਗਰਗ 82, ਦੀਪੂ ਸ਼ਰਮਾ 75। ਯਾਨੀ ਕਿ ਏ ਗ੍ਰੇਡ ਵਾਲੇ ਜਿਹੜੇ 9 ਦੀ ਨੰਬਰ ਲਾਈਨ ਦੇ ਵਿੱਚ ਹੈਗੇ ਆ ਉਹ ਇਹ ਹੈ, 8 ਜਾਂ 7 ਵਾਲੀ ਲਾਈਨ ਦੇ ਵਿੱਚ ਆਹ ਹੈ, ਇਹ 7 ਤੋਂ 6 ਵਾਲੀ ਲਾਈਨ ਦੇ ਵਿੱਚ ਹੈ। ਤਾਂ ਕਹਿਣ ਦਾ ਮਤਲਬ ਕੀ ਹੈ, ਜਿਹੜੇ ਆਹ ਸੀ ਗ੍ਰੇਡ ਵਾਲੇ ਆ ਬੀ ਗ੍ਰੇਡ ਚ ਆਉਣ ਦੀ ਕੋਸ਼ਿਸ਼ ਕਰੋ, ਬੀ ਵਾਲੇ ਏ ਚ ਆਉਣ ਦੀ ਕੋਸ਼ਿਸ਼ ਕਰੋ। ਬਾਕੀ ਏ ਤੇ ਬੀ ਗ੍ਰੇਡ ਵਾਲੀ ਜਿਹੜੀ ਪਰਫਾਰਮੈਂਸ ਹੈਗੀ ਆ ਵਧੀਆ, ਕਿਉਂਕਿ ਮੈਂ ਇਹਦੇ ਵਿੱਚ ਕੁਐਸਚਨ ਜ਼ਿਆਦਾ ਡਿਫਿਕਲਟ ਲੈਵਲ ਦੇ ਪਾ ਰਿਹਾ ਤਾਂ ਜੋ ਤੁਹਾਨੂੰ ਐਗਜ਼ਾਮ ਦੇ ਵਿੱਚ ਜਾ ਕੇ ਛੋਟੇ ਲੈਵਲ ਦੇ ਕਰਨ ਵਿੱਚ ਕੋਈ ਦਿੱਕਤ ਨਾ ਆਵੇ। ਸੇਮ ਆ ਮਾਸਟਰ ਬੈਚ ਦੀ ਆਪਣੇ ਮਾਸਟਰ ਬੈਚ ਦੀ ਪਰਫਾਰਮੈਂਸ ਹੈ ਰਾਜੇ, ਜਿਹਦੇ ਵਿੱਚ 43 ਬੱਚੇ ਅਪੀਅਰ ਹੋਏ ਸੀਗੇ। ਪ੍ਰਿੰਸ ਬਿਸ਼ਨੋਈ ਜੀ ਦੇ 102 ਨੰਬਰ ਹੈ, ਸੰਦੀਪ ਕੌਰ 91, ਪ੍ਰਿੰਸ 88। ਯਾਨੀ ਕਿ ਇਹਦੇ ਵਿੱਚ ਥੋੜੀ ਜਿਹੀ ਵੇਟੇਜ ਵੱਧ ਹੈਗੀ ਆਪਣੇ ਕੋਲੇ ਏ ਗ੍ਰੇਡ ਦੀ, ਆ ਬੀ ਜਾਂ ਸੀ ਗ੍ਰੇਡ ਹੈ। ਤਾਂ ਕੋਸ਼ਿਸ਼ ਕਰੋ ਥੋੜਾ ਜਿਹਾ ਸੀ ਵਾਲੇ ਬੀ ਚ, ਬੀ ਵਾਲੇ ਏ ਚ ਆਉਣ ਦੀ ਕੋਸ਼ਿਸ਼ ਕਰੋ, ਔਰ ਏ ਵਾਲੇ ਉਸ ਨੂੰ ਮੇਨਟੇਨ ਕਰਨ ਦੀ ਕੋਸ਼ਿਸ਼ ਕਰਿਓ। ਚਲੋ ਗੱਲ ਕਰਦੇ ਆ ਰਾਜੇ। ਪਹਿਲਾ ਕੁਐਸਚਨ ਦੇਖੋ, ਜੇ ਕੋਈ ਅੱਗੇ ਪਿੱਛੇ ਆਪਸ਼ਨ ਕਈ ਵਾਰੀ ਗਲਤ ਹੋ ਜਾਂਦੀ ਹੈ ਨਾ, ਕਿਉਂਕਿ ਟੈਸਟ ਵੈਸੇ ਤਾਂ ਮੈਂ ਹੀ ਬਣਾਉਣਾ ਪਰ ਕਈ ਵਾਰੀ ਟੈਕਨੀਕਲੀ ਕੋਈ ਨਾ ਕਿਤੇ ਮਿਸਟੇਕ ਹੋ ਜਾਂਦੀ ਹੈ, ਤਾਂ ਕੁਐਸਚਨ ਠੀਕ ਕਰ ਲਿਓ। ਵੈਸੇ ਮੈਂ ਟੈਸਟ ਵਿੱਚ ਠੀਕ ਕਰਤਾ ਹੈ। ਉੱਥੇ ਕੀ ਸੀਗਾ, ਬਾਈ ਡਿਫਾਲਟ ਆਪਸ਼ਨ ਜਿਹੜੀ ਕਰੈਕਟ ਕੀਤੀ ਸੀਗੀ ਉਹ ਨਾਈਦਰ 1 ਨੋਰ 2 ਸੀਗੀ। ਆਪਾਂ ਦੇਖਦੇ ਇਸ ਕੁਐਸਚਨ ਨੂੰ। ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਨਾਟ ਕਰੈਕਟ, ਕਿਹੜਾ ਕਥਨ ਸਹੀ ਨਹੀਂ ਹੈਗਾ। ਕਹਿੰਦਾ ਕਾਲ ਕੁਆਲਿਟੀ ਡਿਪੈਂਡ ਔਨ ਦਾ ਸਟਰੈਂਥ ਆਫ ਯੂਅਰ ਇੰਟਰਨੈਟ ਯੂਜ਼ਿੰਗ ਦਾ VoIP। ਤਾਂ ਆਪਾਂ ਜਿਵੇਂ ਹੁਣ ਇੰਟਰਨੈਟ ਤੇ ਕੀ ਕਰਦੇ ਆ, ਆਪਾਂ ਕਾਲ ਕਰਦੇ ਆ, ਵਾਇਸ ਕਾਲ ਕਰਦੇ ਆ, ਵੀਡੀਓ ਕਾਲ ਕਰਦੇ ਆ, ਤਾਂ ਉਹ ਡਿਪੈਂਡ ਕੀਤੇ ਕਰਦੀ ਆਪਣੇ ਇੰਟਰਨੈਟ ਦੀ ਜਿਹੜੀ ਮਤਲਬ ਪਿੱਛੋਂ ਰੇਂਜ ਆ ਰਹੀ ਹੈ ਉਹ ਤੇ ਡਿਪੈਂਡ ਕਰਦੀ ਹੈ। ਜਿਵੇਂ ਤੁਸੀਂ ਲਾਇਆ ਹੋਗਾ ਕਿਸੇ ਨੂੰ ਫੋਨ ਲਾਉਣੇ ਆ ਜਾਂ ਵੀਡੀਓ ਕਾਲ ਕਰਦੇ ਆ, ਮੰਨ ਲਓ ਰੇਂਜ ਘੱਟ ਆ ਰਹੀ ਹੈ ਤਾਂ ਉਹ ਪਿੱਛੋਂ ਬਫਰਿੰਗ ਆਉਣੀ ਸ਼ੁਰੂ ਹੋ ਜਾਂਦੀ ਹੈ। ਤਾਂ ਪਹਿਲਾ ਕਥਨ ਤਾਂ ਕੀ ਹੈ ਜੀ, ਆਪਣਾ ਸਹੀ ਹੈ। ਪਹਿਲਾ ਕਥਨ ਕੀ ਹੈ ਬੇਟਾ, ਆਪਣਾ ਸਹੀ ਹੈ। ਦੂਜਾ ਕਹਿੰਦਾ ਜੀ ਕਾਲ ਨੋਟੀਫਿਕੇਸ਼ਨ ਇਜ਼ ਨਾਟ ਪੋਸੀਬਲ ਯੂਜ਼ਿੰਗ ਦਾ VoIP। ਤਾਂ ਇਹ ਕਦੇ ਨਹੀਂ ਹੁੰਦਾ, ਜਦੋਂ ਵੀ ਆਪਾਂ ਨੂੰ ਕੋਈ ਕਾਲ ਆਉਂਦੀ ਹੈ ਆਪਾਂ ਨੂੰ ਹਮੇਸ਼ਾ ਨੋਟੀਫਿਕੇਸ਼ਨ ਆ ਜਾਂਦੀ ਹੈ ਵੀ ਫਲਾਣੇ ਬੰਦੇ ਤੋਂ ਤੁਹਾਨੂੰ ਕਾਲ ਆ ਰਹੀ ਹੈ। ਯਾਨੀ ਕਿ ਆਹ ਕਥਨ ਕੀ ਹੋ ਗਿਆ, ਗਲਤ ਹੋ ਗਿਆ। ਹੁਣ ਇਹਨੇ ਪੁੱਛਿਆ ਸੀ ਵੀ ਕਿਹੜਾ ਕਥਨ ਗਲਤ ਹੈ, ਕਰੈਕਟ ਨਹੀਂ ਹੈਗਾ, ਤਾਂ ਓਨਲੀ 2। ਤਾਂ ਉਹ ਟੈਸਟ ਵਿੱਚ ਬਾਈ ਡਿਫਾਲਟ ਆਨਸਰ ਆ ਲਾਇਆ ਹੋਇਆ ਸੀਗਾ, ਇਹ ਵੈਸੇ ਮੈਂ ਕਰੈਕਟ ਕਰਤਾ ਤੇ ਰੀਵੈਲੂਏਟ ਕਰਤਾ ਰਿਜ਼ਲਟ। ਫਿਰ ਵੀ ਨੋਟ ਕਰ ਲਿਓ ਪਲੀਜ਼, ਕਈ ਵਾਰੀ ਕਿਤੇ ਨਾ ਕਿਤੇ ਬੇਟਾ ਗਲਤੀ ਰਹਿ ਜਾਂਦੀ ਹੈ। ਠੀਕ ਹੈ, ਚਲੋ ਜੀ। ਵੈਸੇ ਤਾਂ 2-3 ਵਾਰੀ ਅਸੀਂ ਰਿਵਿਊ ਕਰਦੇ ਹਾਂ, ਟੀਮ ਵੀ ਰਿਵਿਊ ਕਰਦੀ ਹੈ, ਇੱਕ ਮੁੰਡਾ ਨਾਲ ਆਪਣੇ ਕੰਮ ਕਰਦਾ, ਬਟ ਫਿਰ ਵੀ ਕਿਤੇ ਨਾ ਕਿਤੇ ਕੋਈ ਗਲਤੀ ਰਹਿ ਜਾਂਦੀ ਹੈ ਤਾਂ ਆਪਾਂ ਡਿਸਕਸ਼ਨ ਦੇ ਵਿੱਚ ਉਹਨੂੰ ਡਿਸਕਸ ਕਰ ਲੈਂਦੇ ਹਾਂ। ਨੈਕਸਟ ਚੱਲਦੇ ਹਾਂ ਜੀ ਆਪਾਂ। ਅਗਲਾ ਕੁਐਸਚਨ ਕੀ ਕਹਿੰਦਾ ਆਪਾਂ ਨੂੰ, ਦੇਖੋ ਮੈਂ ਵਾਰ-ਵਾਰ ਕਹਿ ਰਿਹਾ VoIP ਨੂੰ ਧਿਆਨ ਨਾਲ ਪੜ੍ਹ ਲਓ। ਜਿਨ੍ਹਾਂ ਨੇ ਮਾਸਟਰ ਬੈਚ ਲਿਆ ਉਹਨਾਂ ਨੇ ਤਾਂ ਪੜ੍ਹ ਹੀ ਲਿਆ ਹੋਊਗਾ, YT ਜਿਹੜੇ YouTube ਤੋਂ ਪੜ੍ਹ ਰਹੇ ਆ ਉਹਨਾਂ ਨੇ ਵੀ ਧਿਆਨ ਨਾਲ ਪੜ੍ਹਨਾ ਹੈ। ਫਿਰ ਕੁਐਸਚਨ ਆ ਗਿਆ ਜੀ VoIP ਤੋਂ। ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਟਰੂ ਰਿਗਾਰਡਿੰਗ ਦਾ VoIP। ਕਹਿੰਦਾ ਇਟ ਯੂਜ਼ ਦੇ ਡੈਡੀਕੇਟਿਡ ਪਾਥ। ਹੁਣ ਡੈਡੀਕੇਟਿਡ ਪਾਥ ਕੀ ਹੁੰਦਾ, ਪਹਿਲਾਂ ਇਹਨੂੰ ਸਮਝਣ ਦੀ ਕੋਸ਼ਿਸ਼ ਕਰਿਓ। ਹੁਣ ਡੈਡੀਕੇਟਿਡ ਪਾਥ ਕੀ ਹੁੰਦਾ ਕਿ ਮੰਨ ਲਓ ਮੈਂ ਇੱਕ ਕੰਪਿਊਟਰ ਲੈ ਕੇ ਆ ਗਿਆ, ਕੰਪਿਊਟਰ A, ਤਾਂ ਕੰਪਿਊਟਰ B ਨਾਲ ਇਹਨੂੰ ਮੈਂ ਡਾਇਰੈਕਟ ਜੋੜਤਾ, ਵਿੱਚ ਵਾਇਰ ਪਾਤੀ, ਤਾਂ ਇਹ ਕੀ ਹੋ ਗਿਆ, ਇੱਕ ਡੈਡੀਕੇਟਿਡ ਪਾਥ ਹੋ ਗਿਆ ਵੀ ਪੱਕਾ ਇਹ ਕੀ ਹੋ ਗਿਆ, ਆਪਸ ਵਿੱਚ ਕਨੈਕਟ ਹੋ ਗਏ। ਹੁਣ ਇੱਕ A ਹੈ, ਮੋਬਾਈਲ ਹੈ ਜਾਂ ਕੰਪਿਊਟਰ ਕਹਿ ਲਓ, ਜਾਂ ਇੱਕ B ਹੈ, ਪਰ ਇਹ ਵਾਇਰਲੈਸ ਦੇ ਥਰੂ ਕੀ ਹੈ, ਕਨੈਕਟ ਹੋ ਰਿਹਾ, ਵਰਚੁਅਲੀ ਕਨੈਕਟ ਹੋ ਗਏ, ਤਾਂ ਇਹਨੂੰ ਆਪਾਂ ਡੈਡੀਕੇਟਿਡ ਨਹੀਂ ਕਵਾਂਗੇ। ਡੈਡੀਕੇਟਿਡ ਪਾਥ ਦੇ ਵਿੱਚ ਹਮੇਸ਼ਾ ਕੀ ਹੋਊਗਾ, ਆਪਣੇ ਕੋਲੇ ਇੱਕ ਹਾਰਡਵੇਅਰ ਮੀਡੀਅਮ ਹੋਊਗਾ ਜਿਹਦੇ ਨਾਲ ਆਪਾਂ ਕੀ ਕਰਾਂਗੇ, ਕੰਪਿਊਟਰ ਨੂੰ ਆਪਸ ਵਿੱਚ ਜੋੜਾਂਗੇ। ਤਾਂ ਕੀ ਕਹਿ ਕੀ ਰਿਹਾ ਹੁਣ ਆਪਾਂ ਨੂੰ, ਰਾਜੇ ਕਹਿ ਰਿਹਾ, ਕਹਿੰਦਾ ਜੀ ਇਟ ਯੂਜ਼ ਅ ਡੈਡੀਕੇਟਿਡ ਪਾਥ। ਨਹੀਂ, ਆਪਾਂ ਜਦੋਂ ਵੀ ਕਿਸੇ ਨੂੰ ਕਾਲ ਕਰਦੇ, ਹੁਣ ਮੰਨ ਲਓ ਅਮਰੀਕਾ ਬੈਠਾ ਬੰਦਾ, ਹੁਣ ਇਹ ਤਾਂ ਹੈ ਨਹੀਂ ਆਪਾਂ ਭਾਈ ਭਾਰਤ ਤੋਂ ਲੈ ਕੇ ਅਮਰੀਕਾ ਤੱਕ ਕੀ ਕਰ ਦਾਂਗੇ, ਵਾਇਰ ਵਿਛਾ ਦਾਂਗੇ, ਤਾਂ ਉਹ ਤਾਂ ਬਹੁਤ ਮਹਿੰਗੀ ਪਊਗੀ, ਤਾਂ ਆਪਾਂ ਕਦੇ ਵੀ ਡੈਡੀਕੇਟਿਡ ਪਾਥ ਨਹੀਂ ਯੂਜ਼ ਕਰਦੇਗੇ। ਤਾਂ ਪਹਿਲੀ ਕੀ ਹੋ ਗਈ ਜੀ, ਗਲਤ ਹੋ ਗਈ ਸਟੇਟਮੈਂਟ, ਇਹਨੇ ਟਰੂ ਪੁੱਛਿਆ ਸੀਗਾ। ਕਹਿੰਦਾ ਇਟ ਯੂਜ਼ ਏ ਪੈਕੇਟ ਸਵਿਚਿੰਗ। ਅੱਛਾ, ਹੁਣ ਪੈਕੇਟ ਸਵਿਚਿੰਗ ਬਾਰੇ ਸ਼ਾਇਦ ਤੁਸੀਂ ਇਹਨਾਂ ਨਾ ਪੜਿਆ ਹੋਵੇ ਬੇਟੇ, 3 ਤਰ੍ਹਾਂ ਦੀ ਟੈਕਨੀਕ ਹੁੰਦੀ ਹੈ, ਪੈਕੇਟ ਸਵਿਚਿੰਗ, ਮੈਸੇਜ ਸਵਿਚਿੰਗ, ਠੀਕ ਹੈ ਜੀ, ਸਰਕਟ ਸਵਿਚਿੰਗ। ਹੁਣ ਤੁਹਾਨੂੰ ਮੈਂ ਇਹ ਚਲੋ ਅਲੱਗ ਤੋਂ ਵੀ ਕਰਵਾ ਦੂੰਗਾ, ਬਟ ਇਹ ਕਰਵਾਇਆ ਵੀ ਹੋਇਆ ਮੇਰਾ। ਤਾਂ ਆ ਜਿਹੜੀ ਪਹਿਲੀ ਸਟੇਟਮੈਂਟ ਇਹ ਕੀ ਹੋ ਗਈ, ਗਲਤ ਹੋ ਗਈ, ਦੂਜੀ ਸਹੀ ਹੈ। ਹੁਣ ਪੈਕੇਟ ਸਵਿਚਿੰਗ ਕੀ ਹੁੰਦਾ ਹੈ, ਜਿੰਨਾ ਵੀ ਹੁਣ ਇੰਟਰਨੈਟ ਤੇ ਕੰਮ ਹੁੰਦਾ ਬੇਟੇ ਪੈਕੇਟ ਦੀ ਫਾਰਮ ਦੇ ਵਿੱਚ ਹੁੰਦਾ ਹੈ। ਪੈਕੇਟ ਕੀ ਹੁੰਦਾ ਤੁਹਾਨੂੰ ਮੈਂ ਦੱਸ ਦਿੰਦਾ ਕਿ ਮੰਨ ਲਓ ਆ ਆਪਣਾ ਮੈਸੇਜ ਸੀਗਾ, ਮੈਸੇਜ ਮੈਂ ਕਹਿ ਦਿੰਦਾ ਵੀ ਮੈਂ ਕਹਿਤਾ ਵੈਲਕਮ, ਠੀਕ ਹੈ ਜੀ, ਮੈਂ ਇੱਕ ਵੈਲਕਮ ਮੈਸੇਜ ਛੱਡਿਆ, ਤਾਂ ਇਹਦੇ ਕੀ ਕਰ ਲਾਂਗੇ ਆਪਾਂ, ਪਾਰਟ ਬਣਾ ਲਾਂਗੇ। ਜਿਵੇਂ ਮੰਨ ਲਓ ਪਾਰਟ 1 ਬਣ ਗਿਆ, 2 ਬਣ ਗਿਆ, ਇਹ ਕੀ ਹੋ ਗਿਆ, ਇੱਕ ਪੈਕੇਟ ਹੋ ਗਿਆ, ਇਹ ਸੈਕਿੰਡ ਪੈਕੇਟ ਹੋ ਗਿਆ। ਕਿ ਡਾਟਾ ਫਾਸਟਲੀ ਮੂਵ ਕਰੇ, ਆਪਾਂ ਕੀ ਕਰਦੇ ਆ, ਜਿਹੜਾ ਲਾਰਜ ਡਾਟਾ ਹੁੰਦਾ ਉਹਨੂੰ ਡਿਵਾਈਡ ਕਰ ਲੈਂਦੇ ਆ ਸਮਾਲ ਪੈਕੇਟ ਦੇ ਵਿੱਚ। ਇਹ ਮੈਂ ਕਰਵਾਇਆ ਹੋਇਆ OSI ਮਾਡਲ ਦੇ ਵਿੱਚ। ਹੁਣ ਜਿਹੜੇ ਪੈਕੇਟ ਹੁੰਦੇ ਆ ਬੇਟੇ ਉਹ ਕਦੇ ਡੈਡੀਕੇਟਿਡ ਪਾਥ ਨਹੀਂ ਵਰਤਦੇ। ਮੰਨ ਲਓ ਆ ਕੰਪਿਊਟਰ A ਤੋਂ B ਦੇ ਵਿੱਚ ਆਪਾਂ ਕੀ ਕਰਨਾ, ਡਾਟਾ ਭੇਜਣਾ ਹੈ,
ਤਾਂ ਜ਼ਰੂਰੀ ਨਹੀਂ ਕਿ ਸਾਰੇ ਪੈਕਟ ਇੱਕੋ ਪਾਥ ਨੂੰ ਫੋਲੋ ਕਰਨਗੇ। ਹੁਣ ਪੈਕਟ 1 ਤਾਂ ਇੱਧਰ ਚਲਾ ਗਿਆ, ਪੈਕਟ 2 ਇੱਧਰ ਚਲਾ ਗਿਆ, ਤਾਂ ਜਿੱਥੇ ਉਹਨੂੰ ਫ੍ਰੀ ਮਿਲੂਗਾ ਪਾਥ ਮਿਲੂਗਾ ਉੱਥੋਂ ਕੀ ਹੋ ਜਾਊਗਾ, ਮੂਵ ਹੋ ਜਾਊਗਾ। ਇਹਨੂੰ ਆਪਾਂ ਕਹਿੰਦੇ ਆ ਪੈਕਟ ਸਵਿਚਿੰਗ। ਤਾਂ ਇੱਥੇ ਕੀ ਪੁੱਛਿਆ ਸੀ ਉਹਨਾਂ ਨੇ ਵੀ ਕਿਹੜਾ ਕਥਨ ਟਰੂ ਹੈਗਾ, ਤਾਂ ਓਨਲੀ 2 ਟਰੂ ਹੈ। ਠੀਕ ਹੈ ਜੀ, ਓਨਲੀ 2 ਟਰੂ ਹੈ, ਇਸ ਕਰਕੇ ਕੀ ਆਨਸਰ ਆ ਜਾਊਗਾ ਤੁਹਾਡਾ ਸੀ ਆ ਜਾਊਗਾ। ਕਲੀਅਰ ਹੋ ਗਿਆ। ਪੈਕਟ ਸਵਿਚਿੰਗ ਕੀ ਹੁੰਦਾ, ਸੇਮ ਮੈਸੇਜ ਸਵਿਚਿੰਗ ਹੁੰਦਾ। ਮੈਸੇਜ ਦੇ ਵਿੱਚ ਪੂਰਾ ਮੈਸੇਜ ਜਾਂਦਾ ਹੈ। ਸਰਕਟ ਦੇ ਵਿੱਚ ਕੀ ਹੁੰਦਾ, ਜਿਵੇਂ ਆਪਾਂ ਐਕਸਟੈਂਸ਼ਨ ਲਗਾ ਕੇ ਸਰਕਟ ਵਧਾ ਦਿੰਨੇ ਆ, ਤਾਂ ਉਹ ਵੀ ਮੈਂ ਚਲੋ ਕਰਵਾ ਦੂੰਗਾ, ਕਿਸੇ ਨਾ ਕਿਸੇ ਕੁਐਸਚਨ ਦੇ ਵਿੱਚ ਆਊਗਾ। ਨੈਕਸਟ ਗੱਲ ਕਰਦੇ ਹਾਂ ਜੀ, ਅਗਲੇ ਕੁਐਸਚਨ ਵੱਲ ਵਧਦੇ ਹਾਂ। ਅਗਲਾ ਕੁਐਸਚਨ ਆਪਣਾ ਐਮਐਸ ਪਾਵਰ ਪੁਆਇੰਟ ਤੋਂ ਆ ਬੇਟਾ। ਕਹਿੰਦਾ ਵਿਚ ਆਫ ਦਾ ਫੋਲੋਇੰਗ ਪੇਅਰ ਆਫ ਦਾ ਸ਼ਾਰਟਕਟ ਕੀ ਇਜ਼ ਕਰੈਕਟ। ਕਹਿੰਦਾ Ctrl+T ਓਪਨ ਦਾ ਫਾਊਂਡ ਡਾਇਲੌਗ ਬਾਕਸ ਟੂ ਚੇਂਜ ਦਾ ਕਰੈਕਟਰ ਫਾਰਮੈਟਿੰਗ। ਪਹਿਲਾਂ ਤਾਂ ਇਹ ਗੱਲ ਸਮਝਣ ਦੀ ਜ਼ਰੂਰਤ ਹੈਗੀ ਆ ਬੇਟੇ, ਜਿਹੜਾ ਫਾਊਂਡ ਡਾਇਲੌਗ ਬਾਕਸ ਬੇਸਿਕਲੀ ਹੁੰਦਾ ਕੀ ਆ, ਤੁਹਾਨੂੰ ਮੈਂ ਦਿਖਾ ਦਿੰਦਾ। ਆਹ ਫਾਊਂਡ ਡਾਇਲੌਗ ਬਾਕਸ ਹੁੰਦਾ ਹੈ। ਠੀਕ ਹੈ, ਹੁਣ ਜਿਹੜੇ ਛੋਟੇ ਪੇਪਰ ਹੈਗੇ ਆ ਬੇਟੇ, ਉਹਦੇ ਵਿੱਚ ਕੀ ਪੁੱਛਦੇ ਆ ਵੀ ਫਾਊਂਡ ਡਾਇਲੌਗ ਬਾਕਸ ਨੂੰ ਖੋਲਣ ਦੀ ਸ਼ਾਰਟਕਟ ਕੁੰਜੀ ਕੀ ਹੈ, ਤਾਂ ਉੱਥੇ ਆਪਣਾ ਕੰਮ ਸਰ ਜਾਂਦਾ, ਆਪਾਂ Ctrl+D ਆਨਸਰ ਲਾ ਕੇ ਆ ਜਾਂਦੇ ਆ। ਪਰ ਜਦੋਂ TCS ਲੈਂਦੀ ਆ, TCS ਦੇਖੋ ਇੱਕ ਚੀਜ਼ ਨੂੰ ਖੋਲਣ ਦੀਆਂ ਮਲਟੀਪਲ ਸ਼ਾਰਟਕਟ ਕੀਜ਼ ਹੋ ਸਕਦੀਆਂ। ਤਾਂ ਹੁਣ ਜਿਹੜਾ ਫਾਊਂਡ ਡਾਇਲੌਗ ਬਾਕਸ ਹੁੰਦਾ, ਉਹਦੇ ਵਿੱਚ ਆਪਾਂ ਫਾਊਂਡ ਫੇਸ ਚੇਂਜ ਕਰ ਸਕਦੇ ਆ, ਸਟਾਈਲ ਚੇਂਜ ਕਰ ਸਕਦੇ ਆ, ਸਾਈਜ਼ ਇਫੈਕਟ ਲਗਾ ਸਕਦੇ ਆ। ਕਹਿਣ ਦਾ ਮਤਲਬ ਕੀ ਹੈ, ਫਾਊਂਡ ਦੇ ਨਾਲ ਜਿੰਨੀ ਵੀ ਫਾਰਮੈਟਿੰਗ ਕਰ ਸਕਦੇ ਆ ਆਪਾਂ ਫਾਊਂਡ ਡਾਇਲੌਗ ਬਾਕਸ ਤੋਂ ਕਰਦੇ ਆ। ਗੱਲ ਸਮਝ ਲੱਗ ਗਈ। ਹੁਣ ਆਪਾਂ ਗੱਲ ਕੀ ਕਰਨੀ ਆ, ਗੱਲ ਇਹ ਕਰਨੀ ਹੈ ਜਿਹੜੀ Ctrl+T ਹੈਗਾ, ਕਹਿੰਦਾ ਓਪਨ ਦਾ ਫਾਊਂਡ ਡਾਇਲੌਗ ਬਾਕਸ। ਬਿਲਕੁਲ ਠੀਕ ਹੈ, Ctrl+T ਦੇ ਨਾਲ ਵੀ ਕੀ ਹੈ ਬੇਟਾ, ਤੁਹਾਡਾ ਫਾਊਂਡ ਡਾਇਲੌਗ ਬਾਕਸ ਕੀ ਹੈ, ਖੁੱਲ ਜਾਂਦਾ ਹੈ। ਕਹਿੰਦਾ Ctrl+Shift ਤੇ F ਨੱਪਾਂਗੇ, ਕਹਿੰਦਾ ਜੀ ਪ੍ਰਿੰਟ ਦਾ ਪ੍ਰੈਜੈਂਟੇਸ਼ਨ। ਇਹ ਗਲਤ ਹੈ ਬੇਟਾ, ਕਿਉਂਕਿ ਆਪਾਂ ਜਦੋਂ ਪ੍ਰੈਜੈਂਟੇਸ਼ਨ ਨੂੰ ਪ੍ਰਿੰਟ ਕਰਨਾ ਆਪਾਂ Ctrl+P ਨਾਲ ਕਰਾਂਗੇ। ਹੁਣ ਤੁਸੀਂ ਕਹੋਗੇ ਸਰ ਫਿਰ Ctrl+Shift+F ਕੀ ਕਰਦਾ, ਇਹ ਵੀ ਕੀ ਕਰਦਾ, ਫਾਊਂਡ ਡਾਇਲੌਗ ਬਾਕਸ ਖੋਲਦਾ ਹੈ। ਯਾਨੀ ਕਿ Ctrl+D Ctrl+T Ctrl+Shift+F ਸਾਰੇ ਕੀ ਕਰਦੇ ਨੇ, ਫਾਊਂਡ ਡਾਇਲੌਗ ਬਾਕਸ ਨੂੰ ਖੋਲਦੇ ਨੇ। ਉਹਨਾਂ ਨੇ ਪੁੱਛਿਆ ਸੀ ਵੀ ਕਿਹੜਾ ਕਰੈਕਟ ਹੈਗਾ, ਓਨਲੀ 1 ਕਰੈਕਟ ਹੈ, ਤਾਂ ਆਨਸਰ ਕੀ ਆ ਜਾਊਗਾ ਬੇਟਾ, 3rd ਆ ਜਾਊਗਾ, ਕਿਉਂਕਿ ਜਿਹੜਾ ਸੈਕੰਡ ਵਾਲਾ ਹੈਗਾ ਉਹ ਆਪਣਾ ਕੀ ਹੋ ਗਿਆ, ਗਲਤ ਹੋ ਗਿਆ। ਕਲੀਅਰ ਹੈ ਜੀ। ਅੱਗੇ ਚੱਲਦੇ ਆਪਾਂ, ਨੈਕਸਟ ਮੂਵ ਕਰਦੇ ਆ। ਅੱਗੇ ਆਪਣੇ ਤੋਂ ਪੁੱਛ ਰਿਹਾ ਜੀ ਨੈਕਸਟ ਕੁਐਸਚਨ ਵੱਲ ਮੂਵ ਕਰਦੇ ਆ। 4th ਵਨ ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਇਜ਼ ਦਾ ਮੇਨ ਪਰਪਸ ਆਫ ਹੈਕਿੰਗ। ਇਦਾਂ ਦੇ ਜਿਹੜੇ ਕੁਐਸਚਨ ਹੁੰਦੇ ਆਪਾਂ ਪੜ੍ਹੇ ਨਹੀਂ ਹੁੰਦੇ, ਇਹ ਆਪਾਂ ਦਿਮਾਗ ਲਾਉਣਾ ਹੁੰਦਾ। ਔਰ ਤੁਹਾਨੂੰ ਮੈਂ ਕਿਹਾ 99.9% ਕੀ ਹੋਊਗਾ ਬੇਟੇ ਦਾ ਆਨਸਰ, ਆਲ ਆਫ ਦਾ ਅਬਵ ਹੋਊਗਾ, ਯਾਨੀ ਕਿ ਸਾਰੇ ਠੀਕ ਹੋਣਗੇ। ਕਹਿੰਦਾ ਬੰਦਾ ਹੈਕਿੰਗ ਕਿਉਂ ਕਰਦਾ, ਕਹਿੰਦਾ ਪਬਲਿਸਿਟੀ ਵਾਸਤੇ, ਵੀ ਮੇਰਾ ਨਾਮ ਹੋਵੇ, ਯਾਰ ਮੈਂ ਆਹ ਕੰਮ ਕੀਤਾ, ਮੈਂ ਹੈਕ ਕਰ ਲਈ ਵੈਬਸਾਈਟ। ਲਾਲਚ ਵਾਸਤੇ, ਉੱਥੋਂ ਪੈਸੇ ਚੁਰਾਉਣ ਵਾਸਤੇ। ਠੀਕ ਹੈ ਜੀ, ਐਡਵੈਂਚਰ ਵਾਸਤੇ, ਕਈ ਮौज ਮਸਤੀ ਵਾਸਤੇ ਕਰਦੇ ਆ। ਤਾਂ ਕਹਿਣ ਦਾ ਮਤਲਬ ਕੀ ਹੈ ਕਿ 1, 2 ਐਂਡ 3rd ਕੀ ਆ ਜਾਊਗਾ ਜੀ, ਆਨਸਰ ਆ ਜਾਊਗਾ। ਉਹਨੇ ਪੁੱਛਿਆ ਵੀ ਉਦੇਸ਼ ਕੀ ਹੈ ਹੈਕਿੰਗ ਦਾ, ਤਾਂ ਤਿੰਨੇ ਹੀ ਉਦੇਸ਼ ਹੋ ਸਕਦੇ ਆ ਹੈਕਿੰਗ ਕਰਨ ਦੇ। ਠੀਕ ਹੈ ਜੀ, ਅੱਗੇ ਚੱਲਦੇ ਹਾਂ ਜੀ ਆਪਾਂ। ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਸਟੇਟਮੈਂਟਸ ਆਰ ਟਰੂ। ਠੀਕ ਹੈ, ਟਰੂ ਪਹਿਲਾਂ ਤਾਂ ਪਹਿਲੀ ਲਾਈਨ ਬੜੇ ਧਿਆਨ ਨਾਲ ਪੜ੍ਹਨੀ ਹੈ ਬੇਟੇ, ਇੱਥੇ ਗਲਤੀ ਹੋਣੀ ਹੈ। ਨਾਟ ਕਰੈਕਟ ਟਰੂ ਫਾਲਸ ਕੀ ਪੁੱਛਿਆ, ਪਹਿਲਾਂ ਤਾਂ ਇਹ ਦਿਮਾਗ 'ਚ ਬਿਠਾਉਣਾ ਤੁਸੀਂ। ਕਹਿੰਦਾ ਇੰਟਰਨੈਟ ਪ੍ਰੋਟੋਕੋਲ ਇਜ਼ ਯੂਜ਼ਡ ਬਾਈ ਦਾ ਇੰਟਰਨੈਟ ਫॉर ਟ੍ਰਾਂਸਫੇਰਿੰਗ ਦਾ ਮੈਸੇਜ ਫਰੋਮ ਦਾ ਵਨ ਮਸ਼ੀਨ ਟੂ ਅਦਰ। ਮੈਂ ਕੱਲ ਹੀ ਦੱਸ ਕੇ ਹਟਿਆ, ਮੰਨ ਲਓ ਆ ਕੰਪਿਊਟਰ ਤੋਂ A ਕੰਪਿਊਟਰ ਤੋਂ B ਕੰਪਿਊਟਰ ਦੇ ਵਿੱਚ ਕੀ ਕਰਨਾ, ਕੋਈ ਮੈਸੇਜ ਭੇਜਣਾ ਹੈ, ਤਾਂ ਹਮੇਸ਼ਾ ਕੀ ਯੂਜ਼ ਕਰਦੇ ਆ ਆਪਾਂ, TCP ਤੇ IP ਯੂਜ਼ ਕਰਦੇ ਆ। ਤਾਂ TCP ਕੀ ਕਰਦਾ, ਟ੍ਰਾਂਸਮਿਸ਼ਨ ਕਰਦਾ। ਠੀਕ ਹੈ ਜੀ, TCP ਕੀ ਕਰਦਾ ਬੇਟੇ, ਟ੍ਰਾਂਸਮਿਸ਼ਨ ਕਰਦਾ। ਕਲੀਅਰ। ਸੈਕੰਡ ਕਹਿੰਦਾ ਜੀ ਟ੍ਰਾਂਸਮਿਸ਼ਨ ਕੰਟਰੋਲ ਪ੍ਰੋਟੋਕੋਲ ਪ੍ਰੋਵਾਈਡ ਦਾ ਲੌਜਿਕ ਫॉर ਦਾ ਇੰਸ਼ੋਰਿੰਗ ਦਾ ਰਿਲਾਈਏਬਲ ਡਿਲੀਵਰੀ ਆਫ ਦਾ ਡਾਟਾ ਟੂ ਐਕਸਚੇਂਜ ਬਿਟਵੀਨ ਦਾ ਹੋਸਟ। ਹੁਣ ਮੈਂ ਇਹਦਾ ਮਤਲਬ ਦੱਸ ਦਿੰਦਾ, ਦੇਖਿਓ ਮੈਂ ਤੁਹਾਨੂੰ ਸ਼ਾਇਦ ਪਹਿਲਾਂ ਵੀ ਕਰਵਾਇਆ ਹੋਇਆ ਰਾਜੇ। ਪਹਿਲੀ ਸਟੇਟਮੈਂਟ ਕਰੈਕਟ ਹੋ ਗਈ, ਸੈਕੰਡ ਵੀ ਕਰੈਕਟ ਹੈ। ਆਪਣੇ ਕੋਲੇ ਦੋ ਹੁੰਦੇ ਆ ਟ੍ਰਾਂਸਮਿਸ਼ਨ ਵਾਸਤੇ, ਇੱਕ TCP ਤੇ ਇੱਕ ਹੁੰਦਾ UDP। ਠੀਕ ਹੈ ਜੀ, ਟ੍ਰਾਂਸਮਿਸ਼ਨ ਕੰਟਰੋਲ ਪ੍ਰੋਟੋਕੋਲ ਤੇ ਯੂਜ਼ਰ ਡਾਟਾਗ੍ਰਾਮ ਪ੍ਰੋਟੋਕੋਲ। ਹੁਣ ਜਿਹੜਾ TCP ਹੁੰਦਾ ਇਹਦਾ ਹੁਣ ਇਹਦਾ ਫਾਇਦਾ ਕੀ ਆ, ਜਿਵੇਂ ਮੰਨ ਲਓ ਡਾਟਾ ਸੈਂਡ ਕੀਤਾ, A ਕੰਪਿਊਟਰ ਨੇ B ਨੂੰ ਸੈਂਡ ਕੀਤਾ, ਤਾਂ ਜਦੋਂ B ਕੋਲੇ ਪਹੁੰਚ ਜੂਗਾ, B ਵਾਪਸ ਕੀ ਕਰੂਗਾ, ਐਕਨੋਲਜਮੈਂਟ ਸੈਂਡ ਕਰੂਗਾ, ਭਾਈ ਡਾਟਾ ਮੇਰੇ ਕੋਲੇ ਪਹੁੰਚ ਗਿਆ, ਬਿਲਕੁਲ ਓਕੇ ਹੈ। ਤਾਂ ਇਹ ਰਿਲਾਈਏਬਲ ਡਿਲੀਵਰੀ ਕਰਦਾ, ਮਤਲਬ ਸ਼ੋਰ ਹੈ ਕਿ ਡਾਟਾ ਜਿਹੜਾ ਆਪਾਂ ਭੇਜ ਰਹੇ ਆ ਉਹ ਪਹੁੰਚੂਗਾ ਹੀ ਪਹੁੰਚੂਗਾ। ਮੰਨ ਲਓ ਰਾਸਤੇ 'ਚ ਡਾਟਾ ਕਰਪਟ ਹੋ ਗਿਆ ਜਾਂ ਕੁਝ ਹੋ ਗਿਆ, ਡਾਟਾ ਨਾਲ ਛੇੜਖਾਨੀ ਹੋ ਗਈ, ਉਹ ਦੁਬਾਰਾ ਫਿਰ ਰੀਸੈਂਡ ਕਰ ਦੂਗਾ। ਮਤਲਬ 101% ਗਾਰੰਟੀ ਹੈ ਡਾਟਾ ਪਹੁੰਚੂਗਾ ਹੀ ਪਹੁੰਚੂਗਾ। ਪਰ UDP ਦੇ ਵਿੱਚ ਕੀ ਹੁੰਦਾ, ਡਾਟਾ ਸਿਰਫ ਜਾ ਰਿਹਾ ਹੁੰਦਾ, ਅੱਗੋਂ ਐਕਨੋਲਜਮੈਂਟ ਨਹੀਂ ਆਉਂਦੀ। ਇਹ ਸਿਰਫ ਡਾਟਾ ਭੇਜਣ ਦੇ ਕੰਮ ਆਉਂਦਾ ਹੈ। ਇਹ ਉੱਥੇ ਵਰਤਿਆ ਜਾਂਦਾ ਜਿੱਥੇ ਆਪਾਂ ਸਪੀਡ ਅਪ ਨਾਲ ਕੰਮ ਕਰਨਾ ਹੁੰਦਾ ਹੈ। ਤੇ ਇੱਥੇ ਦੋਨੇ ਜਿਹੜੇ ਕੀ ਹੋ ਗਏ, ਆਪਣੇ ਜਿਹੜੇ ਕਥਨ ਹੈਗੇ ਆ ਦੋਨੇ ਕੀ ਹੋ ਗਏ, ਟਰੂ ਹੋ ਗਏ। ਤਾਂ ਉਹਨੇ ਇਹ ਪੁੱਛਿਆ ਸੀ ਵੀ ਕਿਹੜੇ ਟਰੂ ਨੇ, ਤਾਂ ਬੋਥ 1 ਐਂਡ 2 ਕੀ ਹੋ ਗਏ, ਆਪਣੇ ਟਰੂ ਹੋ ਗਏ। ਤਾਂ ਆਨਸਰ ਕੀ ਆ ਜਾਊਗਾ ਜੀ, ਆਪਣਾ ਸੈਕੰਡ ਆ ਜਾਊਗਾ। ਤਾਂ ਆਈ ਹੋਪ ਤੁਹਾਡਾ ਵੀ ਠੀਕ ਹੋਊਗਾ ਕੁਐਸਚਨ ਇਹ। ਨੈਕਸਟ ਕੁਐਸਚਨ ਵੱਲ ਵਧਦੇ ਆ। ਕਹਿੰਦਾ ਜੀ MS ਪਾਵਰ ਪੁਆਇੰਟ 2019 ਵਿਚ ਆਫ ਦਾ ਫੋਲੋਇੰਗ ਪੇਅਰ ਫੰਕਸ਼ਨ ਟੈਬ ਇਜ਼ ਕਰੈਕਟ। ਤਾਂ ਕਰੈਕਟ ਪੁੱਛ ਰਿਹਾ। ਹੁਣ ਤੁਹਾਨੂੰ ਮੈਂ ਦੱਸਿਆ ਸੀ ਕਿ ਦੇਖੋ ਥੋੜਾ ਜਿਹਾ ਇਹ ਚੀਜ਼ਾਂ ਨੂੰ ਥੋੜਾ ਜਿਹਾ ਸਟੱਡੀ ਕਰਨਾ ਪਊਗਾ ਧਿਆਨ ਦੇ ਨਾਲ। ਵੈਸੇ ਤਾਂ ਮੈਂ ਦੇਖੋ YouTube ਤੇ ਵੀ ਕੋਸ਼ਿਸ਼ ਕੀਤੀ ਆ, ਪਰ ਮਾਸਟਰ ਬੈਚ ਦੇ ਵਿੱਚ ਇਹ ਚੀਜ਼ਾਂ ਮੈਂ ਸਾਰੀਆਂ ਕਰਵਾਈਆਂ ਹੋਈਆਂ। ਵਿੰਡੋ ਹਮੇਸ਼ਾ ਜਿਹੜੀ ਵਿੰਡੋ ਹੁੰਦਾ ਜਾਂ ਮੈਕਰੋ ਹੁੰਦੇ ਆ, ਇਹ ਦੋਨੇ ਕਿਹਦੇ ਵਿੱਚ ਹੁੰਦੇ ਆ ਬੇਟਾ, ਵਿਊ ਦੇ ਵਿੱਚ ਹੁੰਦੇ ਆ। ਵਿਊ ਦੇ ਵਿੱਚ ਹੁੰਦੇ ਆ, ਵਿਊ ਟੈਬ ਦੇ ਵਿੱਚ ਹੁੰਦੇ ਆ, ਇੱਥੇ ਨਹੀਂ ਹੁੰਦੇਗੇ।
यानी कि दोनों की हो गए गलत हो गए, इन्होंने सही पूछा है। तो आंसर की आ जाऊगा बेटा नाइदर 1 नॉर 2। ठीक है, तो ਇਹ ध्यान रखना थोड़ा ਜਿਹਾ। ਅੱਗੇ ਚੱਲਦੇ ਹਾਂ ਜੀ, ਨੈਕਸਟ ਕੁਐਸਚਨ ਵੱਲ ਮੂਵ ਕਰਦੇ ਹਾਂ। ਹੁਣ ਆਹ ਕੁਐਸਚਨ ਹੈ, ਆਹ ਕੁਐਸਚਨ ਦਿਮਾਗ ਨਾਲ ਕਰਨੇ ਹੁੰਦੇ ਆ, ਇਹ ਆਪਸ਼ਨਾਂ ਐਲੀਮੀਨੇਟ ਕਰਨੀਆਂ ਹੁੰਦੀਆਂ। ਮੈਂ ਵਾਰ-ਵਾਰ ਕਹਿ ਰਿਹਾ, ਹੁਣ ਇਹ ਨਹੀਂ ਕਿ ਆਪਾਂ ਸਾਰਾ ਕੁਝ ਯਾਦ ਕਰਨ ਲੱਗ ਜਾਾਂਗੇ, ਫਸਟ ਜਨਰੇਸ਼ਨ ਦੇ ਵਿੱਚ ਕਿਹੜੇ ਨੇ, ਸੈਕੰਡ ਚ ਕਿਹੜੇ ਨੇ, ਥਰਡ ਚ ਕਿਹੜੇ ਨੇ, ਇੰਨਾ ਤਾਂ ਨਹੀਂ ਇਨਸਾਨੀ ਦਿਮਾਗ ਕੰਮ ਕਰਦਾ ਹੁੰਦਾ। ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਕੰਬੀਨੇਸ਼ਨ ਇਜ਼ ਨਾਟ ਕਰੈਕਟ, ਨਾਟ ਕਰੈਕਟ ਪੁੱਛ ਰਿਹਾ। ਹੁਣ ਪਹਿਲੇ ਦੋ ਦੇ ਵਿੱਚ ਆਪਾਂ ਨੂੰ ਡਾਊਟ ਹੈ ਕਿਉਂਕਿ ਇਹ ਆਪਾਂ ਕਦੇ ਨਹੀਂ ਪੜ੍ਹੇ, ਪਰ ਮੈਂ ਤੁਹਾਨੂੰ ਕਿਹਾ ਵੀ ਪਹਿਲੀ ਜਨਰੇਸ਼ਨ ਦੇ ਚੌਥੀ ਜਨਰੇਸ਼ਨ ਦੇ ਪੜ੍ਹ ਲਓ। ਪਹਿਲੀ ਜਨਰੇਸ਼ਨ ਦੇ ਵਿੱਚ ਆਪਾਂ ਪੜ੍ਹਿਆ ਹੋਇਆ ਜਿਵੇਂ EDBAC ਹੋ ਗਿਆ, ਇਨੈਕ ਹੋ ਗਿਆ, UNIVAC ਹੋ ਗਿਆ, ਇਹ ਸਾਰੇ ਪਹਿਲੀ ਜਨਰੇਸ਼ਨ ਚ ਆਏ ਸੀਗੇ। ਤਾਂ ਆਪਾਂ ਦੇਖ ਲਿਆ ਵੀ ਜਿਹੜਾ ਇਹਨਾਂ ਨੇ ਗਲਤ ਪੁੱਛਿਆ ਤਾਂ ਸੈਕੰਡ ਜਨਰੇਸ਼ਨ ਦੇ ਵਿੱਚ ਲਿਖਿਆ ਹੋਇਆ, ਤਾਂ ਮਤਲਬ ਕੀ ਹੋ ਗਿਆ, ਇਹ ਗਲਤ ਹੋ ਗਿਆ। ਹੁਣ ਦੋ ਦੇ ਬਾਰੇ ਆਪਾਂ ਨੂੰ ਸ਼ੋਰਟੀ ਨਹੀਂ ਹੈਗੀ, ਯਾਨੀ ਕਿ ਕੁੰਡੀ ਕਿੱਥੇ ਫਸ ਗਈ, ਆਪਾਂ 50-50% ਤੇ ਆ ਗਏ। ਜਿਵੇਂ ਕੌਣ ਬਣੇਗਾ ਕਰੋੜਪਤੀ ਵਿੱਚ ਕਹਿੰਦੇ ਨੇ ਨਾ 50% ਲਾਈਫ ਲਾਈਨ ਲਾਉਂਗਾ ਮੈਂ, 50% ਕੀ ਆ, ਆਪਸ਼ਨਾਂ ਹਟਾ ਦੋ। ਤਾਂ 99.9% ਪਿਛਲੇ ਸਾਰੇ ਪੇਪਰ ਰਿਵਿਊ ਕਰਕੇ ਤੁਹਾਨੂੰ ਮੈਂ ਦੱਸ ਰਿਹਾ ਵੀ ਜਦੋਂ ਇਦਾਂ ਦੀ ਸਿਚੁਏਸ਼ਨ ਆ ਜਾਂਦੀ ਹੈ ਤਾਂ ਹਮੇਸ਼ਾ ਆਂਸਰ ਕੀ ਹੋਊਗਾ ਬੇਟਾ, ਹਮੇਸ਼ਾ ਆਂਸਰ ਐ ਹੋਊਗਾ ਜਿਹੜੇ ਉੱਪਰ ਦਿੱਤੇ ਹੋਣਗੇ ਉਹ ਪੱਕਾ ਠੀਕ ਹੋਣਗੇ। ਠੀਕ ਹੈ, ਤਾਂ ਗਲਤ ਪੁੱਛ ਰਿਹਾ ਤਾਂ ਗਲਤ ਕੱਲਾ ਕੀ ਹੋਊਗਾ, ਜਿਹੜਾ ਥੱਲੇ ਜਿਹੜਾ ਜਿਹਦੇ ਵਿੱਚ ਤੁਹਾਨੂੰ ਨੌਲੇਜ ਹੋਊਗੀ ਉਹੀ ਗਲਤ ਹੋਊਗਾ, ਕਿਉਂਕਿ ਐਗਜ਼ਾਮੀਨਰ ਨੂੰ ਪਤਾ ਹੈ ਕਿ ਬੱਚੇ ਨੇ ਵੀ ਇਹਨੇ ਧਿਆਨ ਨਾਲ ਨਹੀਂ ਪੜਿਆ ਹੁੰਦਾ, ਕਿਉਂਕਿ ਬੱਚਾ ਇਹ ਚੀਜ਼ ਨਹੀਂ ਕਰ ਸਕਦਾ। ਤਾਂ ਇਹਦਾ ਆਂਸਰ ਆ ਜਾਊਗਾ ਜੀ ਥਰਡ। ਅਗਰ ਨਹੀਂ ਕੁਝ ਪਤਾ ਲੱਗਦਾ ਪਈ ਫਿਰ ਤਾਂ ਤੁਸੀਂ ਛੱਡ ਕੇ ਆਉਣਾ, ਕਿਉਂਕਿ ਨੈਗੇਟਿਵ ਮਾਰਕਿੰਗ ਹੈ, ਫਿਰ ਨਹੀਂ ਤੁਸੀਂ ਪੰਗਾ ਲੈਣਾ। ਪਰ ਇੱਕ ਮੈਂ ਟ੍ਰਿਕ ਦੱਸ ਰਿਹਾ ਤੁਹਾਨੂੰ ਵੀ ਪੇਪਰ ਕਿਵੇਂ ਅਟੈਂਪਟ ਕਰਦੇ ਆ ਬੱਚੇ, ਇਹ ਬੱਚਿਆਂ ਦੇ ਐਕਸਪੀਰੀਅੰਸ ਤੋਂ ਹੀ ਦੱਸ ਰਿਹਾ ਤੁਹਾਨੂੰ ਮੈਂ, ਬਾਕੀ ਆਪਦੇ ਐਕਸਪੀਰੀਅੰਸ ਤੋਂ ਵੀ ਦੱਸ ਰਿਹਾ, ਪਰ ਬੱਚਿਆਂ ਦੇ ਐਕਸਪੀਰੀਅੰਸ ਤੋਂ ਵੀ ਮੈਨੂੰ ਕੋਈ ਬਹੁਤ ਕੁਝ ਸਿੱਖਣ ਨੂੰ ਮਿਲਦਾ ਤਾਂ ਤੁਹਾਡੇ ਨਾਲ ਮੈਂ ਸ਼ੇਅਰ ਕਰ ਰਿਹਾ। ਤਾਂ ਇੱਥੇ ਆਂਸਰ ਕੀ ਆਊਗਾ ਜੀ, ਓਨਲੀ ਥਰਡ ਆ ਜਾਊਗਾ, ਕਿਉਂਕਿ ਜਿਹੜਾ ਥਰਡ ਹੈਗਾ ਉਹ ਨਾਟ ਕਰੈਕਟ ਹੈ, ਕਿਉਂਕਿ ਇਹ ਕੀ ਹੈ ਜੀ ਪਹਿਲੀ ਜਨਰੇਸ਼ਨ ਦੇ ਵਿੱਚ ਆਇਆ ਸੀਗਾ, ਇਹ ਫਸਟ ਜਨਰੇਸ਼ਨ ਦੇ ਕੰਪਿਊਟਰ ਆ ਸਾਰੇ। ਅੱਗੇ ਚੱਲਦੇ ਆ ਜੀ ਆਪਾਂ, ਅੱਗੇ ਆਪਣਾ ਕੀਬੋਰਡ ਤੋਂ ਕੁਐਸਚਨ ਆ ਗਿਆ, ਕੁਐਰਟੀ ਕੀਬੋਰਡ। ਤੁਹਾਨੂੰ ਪਤਾ ਹੈ ਕੁਐਰਟੀ ਕੀਬੋਰਡ ਉਹ ਕੀਬੋਰਡ ਹੈ ਜਿਹੜਾ ਟਾਈਪਿੰਗ ਵਾਸਤੇ ਵਰਤਿਆ ਜਾਂਦਾ, ਤੁਹਾਨੂੰ ਮੈਂ ਦਿਖਾ ਵੀ ਦਿੰਦਾ, ਆਹ ਕੁਐਰਟੀ ਕੀਬੋਰਡ ਹੁੰਦਾ ਹੈ। ਹੁਣ ਪਹਿਲੀ ਲਾਈਨ ਕੀ ਕਹਿੰਦਾ, ਕਹਿੰਦਾ ਜਿਹੜਾ ਅਲਫਾਬੈਟ E ਹੈਗਾ, ਕਹਿੰਦਾ ਉਸ ਲਾਈਨ ਦੇ ਵਿੱਚ ਹੈ, ਕਹਿੰਦਾ ਅਲਫਾਬੈਟ E is in a line which is below the line containing alphabet T। ਤਾਂ ਆਪਾਂ ਹੁਣੇ ਪੜ੍ਹ ਕੇ ਹਟਿਆ ਕੁਐਰਟੀ ਕੀਬੋਰਡ, ਤਾਂ E ਤੇ T ਤਾਂ ਇੱਕੋ ਲਾਈਨ ਦੇ ਵਿੱਚ ਹੈ। ਇਹ ਕਹਿ ਰਿਹਾ ਵੀ ਜਿਹੜੀ E ਹੈਗੀ ਉਹ T ਤੋਂ ਥੱਲੇ ਹੈ, ਤਾਂ ਪਹਿਲਾਂ ਤਾਂ ਆਪਣੀ ਸਟੇਟਮੈਂਟ ਗਲਤ ਹੋ ਗਈ ਕਿਉਂਕਿ ਇਹਦੇ ਵਿੱਚ ਹੀ ਆਂਸਰ ਪਿਆ ਕੁਐਰਟੀ ਦੇ। ਸੈਕੰਡ ਕਹਿੰਦਾ ਜੀ ਜਿਹੜਾ ਅਲਫਾਬੈਟ D ਹੈਗਾ is in a line which is below the line containing the S। ਠੀਕ ਹੈ, ਹੁਣ ਇਹ ਤੁਹਾਨੂੰ ਨਹੀਂ ਪਤਾ ਹੋਊਗਾ ਤਾਂ ਕੋਈ ਚੱਕਰ ਨਹੀਂ ਹੈਗਾ, ਉਹਨੇ ਹੁਣ ਇਹਨੇ ਕੀ ਕਿਹਾ, D ਦੀ ਗੱਲ ਕਰ ਰਿਹਾ। ਤਾਂ ਆਪਾਂ ਸਾਰਿਆਂ ਨੂੰ ਟਾਈਪਿੰਗ ਆਉਂਦੀ ਹੈ, ਆਪਾਂ ਸਾਰਿਆਂ ਨੇ ਟਾਈਪਿੰਗ ਸਿੱਖੀ ਹੋਈ ਹੈ, ਜਿਹੜਾ A ਹੈ, D ਹੈ, S ਹੈ, ਇਹ ਸਾਰੇ ਇੱਕੋ ਲਾਈਨ 'ਚ ਹੁੰਦੇ ਆ। ਤੁਸੀਂ ਬਸ ਪਹਿਲਾ ਕਰੈਕਟਰ ਦਾ ਪਹਿਲੇ ਦੋ ਕਰੈਕਟਰ ਯਾਦ ਕਰਨੇ ਨੇ, ਕੁਐਰਟੀ ਦਾ ਯਾਦ ਹੀ ਰਹਿ ਜਾਊਗਾ, ਪਹਿਲੇ 6 ਅੱਖਰਾਂ ਤੋਂ ਕੁਐਰਟੀ ਬਣਿਆ, ਇਹਦੇ 2 ਅੱਖਰ ਯਾਦ ਕਰ ਲਓ, ਇਹਦੇ 2 ਅੱਖਰ ਯਾਦ ਕਰ ਲਓ, ਚਾਹੇ ਐਂਡ ਵਾਲਾ ਅੱਖਰ ਯਾਦ ਕਰ ਲਓ। ਠੀਕ ਹੈ ਜੀ, ਤਾਂ ਹੁਣ ਦੂਜੀ ਸਟੇਟਮੈਂਟ ਵੀ ਕੀ ਹੋ ਗਈ, ਗਲਤ ਹੋ ਗਈ, ਕਿਉਂਕਿ ਜਿਹੜੇ A ਤੇ D ਹੈਗੇ ਤੇ D ਤੇ S ਹੈਗੇ ਤਾਂ ਇੱਕੋ ਲਾਈਨ ਦੇ ਵਿੱਚ ਪਏ ਆ। ਤਾਂ ਇਹਦਾ ਆਂਸਰ ਕੀ ਹੈ ਜੀ, ਉਹਨੇ ਕਰੈਕਟ ਪੁੱਛਿਆ ਸੀਗਾ, ਤਾਂ ਕਰੈਕਟ ਪੁੱਛਿਆ ਸੀ ਤਾਂ ਦੋਨੇ ਕੀ ਹੋ ਗਏ ਆਪਣੇ, ਠੀਕ ਹੈ ਜੀ, ਗਲਤ ਹੋ ਗਏ। ਤਾਂ ਇਹਦਾ ਆਂਸਰ ਕੀ ਆ ਜਾਊਗਾ ਜੀ, ਨਾਈਦਰ 1 ਨॉर 2 ਆ ਜਾਊਗਾ। ਗੱਲ ਸਮਝ ਆ ਗਈ ਹੈ? ਤਾਂ ਕੁਐਰਟੀ ਲੇਆਊਟ ਵੀ ਜ਼ਰੂਰ ਪੜ੍ਹ ਕੇ ਜਾਣਾ, ਇੱਥੋਂ ਇੱਕ ਦਾ ਕੁਐਸਚਨ ਆ ਜਾਂਦਾ ਹੁੰਦਾ। ਨੈਕਸਟ ਚੱਲਦੇ ਹਾਂ ਜੀ, ਆਪਾਂ ਅਗਲੇ ਕੁਐਸਚਨ ਵੱਲ ਮੂਵ ਕਰਦੇ ਹਾਂ। MS ਵਰਡ ਦੀ ਗੱਲ ਕਰਦਾ, ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਪੇਅਰ ਆਫ ਦਾ ਸ਼ਾਰਟਕਟ ਫੰਕਸ਼ਨ ਇਜ਼ ਕਰੈਕਟ। ਇਹ ਮੈਂ ਬਹੁਤ ਵਾਰੀ ਕਰਵਾਤੇ ਤੁਹਾਨੂੰ, ਮੈਂ ਤੁਹਾਨੂੰ ਸਕੁਅਰ ਬ੍ਰੈਕਟ ਵਾਲੇ ਵੀ ਕਰਵਾਏ ਹੋਏ ਆ, ਐਂਗੂਲਰ ਬ੍ਰੈਕਟ ਵਾਲੇ ਵੀ ਕਰਵਾਤੇ ਆ। ਠੀਕ ਹੈ ਜੀ, ਹੁਣ ਧਿਆਨ ਨਾਲ ਸਮਝਣ ਦੀ ਗੱਲ ਕਰਨੀ ਹੈ। ਬੱਚਾ ਕੀ ਕਰਦਾ, ਚੱਕ ਕੇ ਕਮੈਂਟ 'ਚ ਬੋਥ 1 and 2 ਲਾ ਦਿੰਦਾ ਹੈ। ਇੱਥੇ ਐਗਜ਼ਾਮੀਨਰ ਨੇ ਬੜੀ ਘੁੰਡੀ ਵਸਾਈ ਆ, ਉਹਨੇ ਕੀ ਕੀਤਾ, ਉਹਨੇ ਉਲਟ ਲਿਖਤੇ। ਠੀਕ ਹੈ ਜੀ, ਜਿਹੜਾ ਡਿਕਰੀਜ਼ ਆ ਉੱਪਰ ਹੋਣਾ ਚਾਹੀਦਾ, ਇਨਕਰੀਜ਼ ਥੱਲੇ ਹੋਣਾ ਚਾਹੀਦਾ, ਕਿਉਂਕਿ ਜਿਹੜਾ ਕੰਟਰੋਲ ਪਲੱਸ ਓਪਨ ਹੁੰਦੀ ਹੈ ਸਕੁਅਰ ਬ੍ਰੈਕਟ ਉਹ ਡਿਕਰੀਜ਼ ਵਾਸਤੇ ਹੁੰਦੀ ਹੈ, ਜਿਹੜੀ ਕਲੋਜ਼ ਹੁੰਦੀ ਹੈ ਇਨਕਰੀਜ਼ ਵਾਸਤੇ ਹੁੰਦੀ ਹੈ। ਤਾਂ ਇੱਥੇ ਨੇ ਪੁੱਛਿਆ ਵੀ ਕਿਹੜਾ ਕਰੈਕਟ ਹੈਗਾ, ਤਾਂ ਨਾਈਦਰ 1 ਨॉर 2 ਆਊਗਾ, ਕਿਉਂਕਿ ਦੋਨੇ ਕੀ ਲਿਖੇ ਹੋਏ ਆ ਬੇਟਾ, ਉਲਟ ਲਿਖੇ ਹੋਏ ਆ। ਠੀਕ ਹੈ, ਅੱਗੇ ਚੱਲਦੇ ਹਾਂ ਜੀ ਆਪਾਂ। ਅੱਗੇ ਆ ਕੁਐਸਚਨ ਬਲੌਗ ਵਾਲਾ ਹੈ, ਜਿਵੇਂ ਅੱਜ ਕੱਲ ਬਲੌਗ ਹੈ, ਅੱਜ ਕੱਲ ਬਲੌਗ ਚੱਲਦੇ ਆ ਨਾ, ਬਲੌਗ ਦਾ ਮਤਲਬ ਹੁੰਦਾ ਵੀਡੀਓ। ਪਹਿਲਾਂ ਬਲੌਗ ਚੱਲਦੀ ਸੀ, ਬਲੌਗ ਦਾ ਮਤਲਬ ਹੁੰਦਾ ਆਪਾਂ ਕੋਈ ਆਰਟੀਕਲ ਲਿਖ ਸਕਦੇ ਆ, ਕਿਤੇ ਆਰਟੀਕਲ ਲਿਖਦੇ ਆ, ਕੋਈ ਫੋਟੋ ਪਾ ਦਿੰਦੇ ਆ, ਕੋਈ ਆਡੀਓ ਵੀਡੀਓ ਸ਼ੇਅਰ ਕਰ ਦਿੰਦੇ ਆ, ਬਲੌਗ 'ਚ ਵੀ ਕਰ ਸਕਦੇ ਆ ਆਡੀਓ ਵੀਡੀਓ ਸ਼ੇਅਰ। ਕਹਿੰਦਾ ਇਹ ਬਲੌਗ ਇਜ਼ ਅ ਟਾਈਪ ਆਫ ਦਾ ਇੰਟਰਨੈਟ ਵੈਬਸਾਈਟ। ਬਿਲਕੁਲ ਠੀਕ ਹੈ, ਇੰਟਰਨੈਟ ਦੀ ਇੱਕ ਵੈਬਸਾਈਟ ਵੀ ਹੋ ਸਕਦੀ ਹੈ ਬਲੌਗ। ਕਹਿੰਦਾ ਮਟੀਰੀਅਲ ਮੰਨ ਲਓ ਆਪਾਂ ਟੈਕਸਟ ਪਾ ਸਕਦੇ ਹਾਂ, ਗ੍ਰਾਫਿਕ ਫੋਟੋ ਪਾ ਸਕਦੇ ਹਾਂ, ਆਡੀਓ ਵੀਡੀਓ ਸ਼ੇਅਰ ਕਰ ਸਕਦੇ ਹਾਂ। ਕਹਿੰਦਾ ਨਾਰਮਲੀ ਆਪਾਂ ਕਮਿਊਨੀਕੇਸ਼ਨ ਕਰ ਸਕਦੇ ਹਾਂ ਉੱਥੇ, ਜਿਵੇਂ ਮੰਨ ਲਓ ਮੈਂ ਕੋਈ ਉੱਥੇ ਆਰਟੀਕਲ ਪਾਤਾ, ਬਾਕੀ ਲੋਕ ਉਹਨੂੰ ਕੀ ਕਰਨਗੇ, ਪੜ੍ਹਨਗੇ ਜਾਂ ਆਪਣੇ ਕਮੈਂਟ ਦੇਣਗੇ। ਤਾਂ ਉਹਨੇ ਪੁੱਛਿਆ ਵੀ ਕਿਹੜਾ ਕਥਨ ਸਹੀ ਹੈਗਾ ਬਲੌਗ ਨੂੰ ਲੈ ਕੇ, ਤਾਂ ਸਾਰੇ ਕਥਨ ਕੀ ਨੇ ਬੇਟਾ, ਸਹੀ ਨੇ। ਤਾਂ ਇਦਾਂ ਦੇ ਕੁਐਸਚਨ ਦੇ ਵਿੱਚ ਮੋਸਟਲੀ ਆਪਣੀ ਜਿਹੜੀਆਂ ਸਾਰੀਆਂ ਆਪਸ਼ਨਾਂ ਕੀ ਹੋਣਗੀਆਂ, ਕਰੈਕਟ ਹੋਣਗੀਆਂ। ਅੱਗੇ ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਨਾਟ ਕਰੈਕਟ, ਨਾਟ ਕਰੈਕਟ ਪੁੱਛ ਰਿਹਾ। ਤਾਂ ਮੈਂ ਕੱਲ ਹੀ ਪੜ੍ਹਾ ਕੇ ਗਿਆ ਤੁਹਾਨੂੰ, ਜਿਹੜੇ ਹਾਈ ਸਪੀਡ ਕੰਪਿਊਟਰ ਤੇ ਨੈਟਵਰਕਿੰਗ ਡਿਵੈਲਪ ਹੋਈ ਹੈ 4th ਜਨਰੇਸ਼ਨ ਦੇ ਵਿੱਚ ਹੋਈ ਹੈ। ਤਾਂ ਤੁਹਾਨੂੰ ਮੈਂ ਦੱਸਿਆ ਵੀ ਜਿਹੜਾ 4th ਜਨਰੇਸ਼ਨ ਹੈਗਾ ਉਹਦੇ ਵਿੱਚ ਹੀ ਇੰਟਰਨੈਟ ਦੀ ਵਰਤੋਂ ਸ਼ੁਰੂ ਹੋਈ ਸੀਗੀ, ਤਾਂ ਇਹ ਠੀਕ ਹੈ, ਕਰੈਕਟ ਹੈ। ਕਹਿੰਦਾ ਡਿਊਰਿੰਗ ਦਾ 4th ਜਨਰੇਸ਼ਨ ਸੈਮੀ ਕੰਡਕਟਰ ਮੈਮਰੀਜ਼ ਰਿਪਲੇਸਡ ਬਾय ਦਾ ਮੈਗਨੈਟਿਕ ਕੋਰ ਮੈਮਰੀ। ਸੈਮੀ ਕੰਡਕਟਰ ਜਿਵੇਂ ਪਹਿਲਾਂ ਡਰਮ ਯੂਜ਼ ਹੁੰਦੇ ਸੀਗੇ, ਬਾਅਦ 'ਚ ਕੀ ਆ ਗਿਆ ਆਪਣੇ ਕੋਲ, ਰੈਮ ਆ ਗਿਆ।
ਤਾਂ RAM ਵਿੱਚ ਕੀ ਹੁੰਦਾ, ਯੂਜ਼ ਕੀ ਹੁੰਦਾ, ਸੈਮੀਕੰਡਕਟਰ ਜਿਹੜਾ ਕਿ ਸਿਲੀਕੌਨ ਤੋਂ ਬਣਿਆ ਹੁੰਦਾ ਹੈ, ਸਿਲੀਕੌਨ ਮਟੀਰੀਅਲ ਹੁੰਦਾ ਉਹਦੇ ਵਿੱਚ। ਤਾਂ ਇੱਥੇ RAM ਯੂਜ਼ ਹੋਣ ਲੱਗ ਗਿਆ ਸੀਗਾ। ਤਾਂ ਬਿਲਕੁਲ ਠੀਕ ਹੈ, ਦੋਨੇ ਸਟੇਟਮੈਂਟ ਕੀ ਨੇ, ਆਪਣੀਆਂ ਕਰੈਕਟ ਨੇ। ਉਹਨੇ ਨਾਟ ਕਰੈਕਟ ਪੁੱਛਿਆ, ਤਾਂ ਕੀ ਆਂਸਰ ਆ ਜਾਊਗਾ ਜੀ, ਨਾਈਦਰ 1 ਨॉर 2, ਕਿਉਂਕਿ ਉਹਨੇ ਕੀ ਪੁੱਛਿਆ ਬੇਟਾ, ਆਪਣੀਆਂ ਕਰੈਕਟ, ਨਾਟ ਕਰੈਕਟ ਪੁੱਛਿਆ ਤੇ ਦੋਨੇ ਕਰੈਕਟ ਨੇ। ਅੱਗੇ ਗੱਲ ਕਰਦੇ ਹਾਂ ਜੀ, ਆਹ ਕੁਐਸਚਨ ਵੀ ਬਹੁਤ ਵਧੀਆ ਹੈ, ਵੈਸੇ ਬਹੁਤ ਘੱਟ ਬੱਚਿਆਂ ਨੂੰ ਪਤਾ ਹੋਊਗਾ। MS ਪਾਵਰਪੁਆਇੰਟ 2019 ਦੇ ਵਿੱਚ ਕਹਿੰਦਾ ਜੀ, ਵਿਚ ਆਫ ਦਾ ਫੋਲੋਇੰਗ ਪੇਅਰ ਆਫ ਦਾ ਸ਼ਾਰਟਕਟ ਫੰਕਸ਼ਨ ਇਜ਼ ਕਰੈਕਟ। ਬੇਸਿਕਲੀ ਕੀ ਹੁੰਦਾ ਬੇਟੇ, ਆਪਣੇ ਕੋਲੇ ਨਾ ਆਬਜੈਕਟ ਹੁੰਦੇ ਆ, ਕੋਈ ਸ਼ੇਪ, ਜਿਹਨੂੰ ਆਪਾਂ ਸ਼ੇਪ ਆ ਨਾ, ਜਿਵੇਂ ਦੋ ਸ਼ੇਪ ਨੇ, ਇਹਨੂੰ ਆਪਾਂ ਆਬਜੈਕਟ ਕਹਿ ਸਕਦੇ ਹਾਂ। ਹੁਣ ਮੰਨ ਲਓ ਦੋ ਆਬਜੈਕਟ ਆਪਣੇ ਕੋਲੇ, ਇੱਕ ਆਬਜੈਕਟ ਨੂੰ ਜਦੋਂ ਮੈਂ ਇਹਦੇ ਉੱਪਰ ਲੈ ਕੇ ਜਾਊਂਗਾ, ਇਹ ਫਰੰਟ ਤੇ ਆ ਰਿਹਾ ਹੈ, ਠੀਕ ਹੈ, ਜਾਂ ਮੈਂ ਇਹਨੂੰ ਇੱਥੇ ਲੈ ਕੇ ਜਾਊਂਗਾ, ਇਹ ਬੈਕ ਤੇ ਆ ਰਿਹਾ ਹੈ। ਤਾਂ ਆਪਾਂ ਇਹਨੂੰ ਫਰੰਟ ਤੇ ਬੈਕ ਤੇ ਕੀ ਕਰ ਸਕਦੇ ਹਾਂ, ਚੇਂਜ ਕਰ ਸਕਦੇ ਹਾਂ ਇਹਦੀ ਹੈਲਪ ਦੇ ਨਾਲ। ਤਾਂ ਇਹ ਸ਼ਾਰਟਕਟ ਕੁੰਜੀਆਂ ਹੁੰਦੀਆਂ ਨੇ, ਸ਼ਾਰਟਕਟ ਕੀਜ਼ ਹੁੰਦੀਆਂ ਨੇ, ਆਬਜੈਕਟ ਨੂੰ ਫਰੰਟ ਤੇ ਲੈ ਕੇ ਜਾਣ ਵਾਸਤੇ ਤੇ ਬੈਕ ਐਂਡ ਤੇ ਲੈ ਕੇ ਜਾਣ ਵਾਸਤੇ। ਤਾਂ ਦੋਨੇ ਕੀ ਨੇ ਬੇਟਾ, ਕਰੈਕਟ ਨੇ। ਕੰਟਰੋਲ ਸ਼ਿਫਟ ਤੇ ਜਿਹੜੀ ਆ ਕਲੋਜ਼ ਬ੍ਰੈਕਟ ਨੱਪੋਗੇ ਤਾਂ ਇਹ ਫਰੰਟ ਤੇ ਲੈ ਆਊਗੀ, ਜੇ ਆਪਾਂ ਓਪਨ ਨੱਪਾਂਗੇ ਤਾਂ ਬੈਕ ਤੇ ਲੈ ਜਾਊਗੀ, ਠੀਕ ਹੈ ਜੀ। ਤਾਂ ਦੋਨੇ ਕੀ ਨੇ, ਕਰੈਕਟ ਨੇ, ਬੋਥ 1 ਐਂਡ 2 ਕੀ ਆ ਜਾਊਗਾ, ਤੁਹਾਡਾ ਆਂਸਰ ਆ ਜਾਊਗਾ। ਨੈਕਸਟ ਚੱਲਦੇ ਹਾਂ ਜੀ ਆਪਾਂ ਅੱਗੇ, ਫਿਰ VOIP ਤੋਂ ਕੁਐਸਚਨ ਆ ਗਿਆ, ਵਿਚ ਆਫ ਦਾ ਫੋਲੋਇੰਗ ਇਜ਼ ਦਾ ਮੇਨ, ਠੀਕ ਹੈ ਜੀ, ਇੰਪੇਅਰਮੈਂਟਸ ਇਨ ਆਰਡਰ ਟੂ ਮੇਨਟੇਨ ਦਾ ਗੁੱਡ ਵੌਇਸ ਕੁਆਲਿਟੀ। ਕਹਿਣ ਦਾ ਮਤਲਬ ਕੀ ਹੈ ਕਿ ਜਦੋਂ ਆਪਾਂ VOIP ਦੇ ਥਰੂ ਆਪਾਂ ਕਾਲ ਕਰਦੇ ਆ, ਵੀਡੀਓ ਕਾਲ ਕਰਦੇ ਆ, ਤਾਂ ਆਪਾਂ ਵੌਇਸ ਕੁਆਲਿਟੀ ਨੂੰ ਕਿਵੇਂ ਵਧੀਆ ਬਣਾ ਸਕਦੇ ਆ, ਠੀਕ ਹੈ, ਕੀ ਉਹਦੇ ਵਿੱਚ ਕਮੀਆਂ ਨਾ ਹੋਣ। ਤਾਂ ਦੇਖੋ, ਪੈਕਟ ਲਾਸ, ਪੈਕਟ ਲਾਸ ਦਾ ਮਤਲਬ ਕੀ ਹੁੰਦਾ ਕਿ ਮੰਨ ਲਓ ਮੋਬਾਈਲ A ਕਹਿ ਲਓ, ਜਾਂ ਪਰਸਨ A ਨੇ B ਨੂੰ ਕਾਲ ਕੀਤੀ, ਜਦੋਂ ਕਾਲ ਕਰਦੇ ਆ ਡਾਟਾ ਕੀ ਹੁੰਦਾ, ਐਕਸਚੇਂਜ ਹੁੰਦਾ ਪੈਕਟ ਦੀ ਫਾਰਮ ਦੇ ਵਿੱਚ। ਹੁਣ ਮੰਨ ਲਓ ਜਦੋਂ ਆਪਾਂ ਕਾਲ ਕਰ ਰਹੇ ਆ, ਮੰਨ ਲਓ ਆ 4 ਪੈਕਟ ਜਾ ਰਹੇ ਸੀਗੇ, ਮੰਨ ਲਓ ਆਪਾਂ ਐਂ ਕਹਿੰਦੇ ਨੇ 4 ਪੈਕਟ ਜਾ ਰਹੇ, ਮੰਨ ਲਓ ਆ ਰਸਤੇ 'ਚ ਲਾਸ ਹੋ ਗਿਆ, ਤਾਂ ਉਹਦੀ ਪ੍ਰੋਪਰ ਕਮਿਊਨੀਕੇਸ਼ਨ ਨਹੀਂ ਹੋਊਗੀ, ਤਾਂ ਪੈਕਟ ਲਾਸ ਨਹੀਂ ਹੋਣਾ ਚਾਹੀਦਾ। ਲਟੈਂਸੀ ਕੀ ਹੁੰਦਾ ਜੀ, ਲਟੈਂਸੀ ਹੁੰਦਾ ਬੇਟੇ, ਜਿਵੇਂ ਮੰਨ ਲਓ ਇਹਨੇ ਜਦੋਂ ਕਾਲ ਲਗਾਈ ਹੈ, ਇਹਨੇ ਅੱਗੋਂ ਰਿਸਪੌਂਸ ਕੀਤਾ, ਜਾਂ ਰਿਸਪੌਂਸ ਹੋਣ ਦੇ ਵਿੱਚ ਇਹਨੂੰ ਡਿਲੇ ਹੋ ਗਿਆ, ਜਾਂ ਇਹਦੇ ਕੋਲ ਡਾਟਾ ਪ੍ਰੋਪਰ ਨਹੀਂ ਪਹੁੰਚ ਰਿਹਾ, ਉਹਨੂੰ ਕਹਿ ਦਿੰਦੇ ਆ ਲਟੈਂਸੀ। ਡਿਲੇ ਜਦੋਂ ਹੋ ਜਾਂਦਾ ਨਾ, ਰਿਕਵੈਸਟ ਸੈਂਡ ਜਾਂ ਅਸੈਪਟ ਕਰਨ ਦੇ ਵਿੱਚ ਜਿਹੜੀ ਡਿਲੇ ਟਾਈਮ ਹੁੰਦਾ, ਦੈਟ ਇਜ਼ ਕਾਲਡ ਲਟੈਂਸੀ। ਜਿਟਰ ਹੁੰਦਾ ਬੇਟੇ, ਜਿਟਰ ਦਾ ਮਤਲਬ ਹੁੰਦਾ, ਜਿਵੇਂ ਜਿਟਰ ਆਪਾਂ ਕਹਿ ਦਿੰਦੇ ਆ ਟਾਈਮ ਗੈਪ, ਜਿਵੇਂ ਆਪਾਂ ਕਹਿ ਦਿੰਦੇ ਆ ਟਾਈਮ ਗੈਪ ਬਿਟਵੀਨ ਦਾ ਸੈਂਡ ਔਰ ਰਿਸੀਵ ਆਫ ਦਾ ਪੈਕਟ। ਹੁਣ ਮੰਨ ਲਓ ਇਹਨੇ ਤਾਂ ਇਧਰੋਂ ਮਤਲਬ ਬੋਲਣਾ ਸ਼ੁਰੂ ਕਰਤਾ, ਡਾਟਾ ਇਹਦੇ ਕੋਲ ਪਹੁੰਚਣਾ ਸ਼ੁਰੂ ਹੋ ਗਿਆ, ਪਰ ਜਦੋਂ ਇਹ ਬੋਲਦਾ ਇਹਦੀ ਆਵਾਜ਼ ਬਹੁਤ ਲੇਟ ਜਾ ਰਹੀ ਹੈ ਇੱਥੇ, ਇਹਨੂੰ ਕਹਿ ਦਿੰਦੇ ਆ ਜਿਟਰ। ਤਾਂ ਕਹਿਣ ਦਾ ਮਤਲਬ ਕੀ ਹੈ ਕਿ 1 2 ਤੇ 3 ਜੇ ਤੁਸੀਂ ਇਹਨੂੰ ਮਤਲਬ ਠੀਕ ਕਰ ਲਓਗੇ ਤਾਂ ਤੁਹਾਡੀ ਹਮੇਸ਼ਾ ਕੀ ਹੋਊਗੀ, ਗੁੱਡ ਵੌਇਸ ਕੁਆਲਿਟੀ ਬਣੀ ਰਹੂਗੀ। ਤਾਂ ਇੱਥੇ ਆਂਸਰ ਕੀ ਆ ਜਾਊਗਾ ਜੀ ਤੁਹਾਡਾ, 1 2 ਐਂਡ 3। ਇਹ ਜਿਹੜੀਆਂ ਤਿੰਨ ਮੁੱਖ ਕਮਜ਼ੋਰੀਆਂ ਹੈਗੀਆਂ ਨੇ, ਇਹ ਤਿੰਨੇ ਕੀ ਕਰਦੀਆਂ ਨੇ, ਗੁੱਡ ਵੌਇਸ ਕੁਆਲਿਟੀ ਨੂੰ ਅਫੈਕਟ ਕਰਦੀਆਂ ਨੇ। ਤੇ ਜੇ ਤੁਸੀਂ ਤਿੰਨਾਂ ਨੂੰ ਦੂਰ ਕਰ ਲਓਗੇ ਤਾਂ ਗੁੱਡ ਵੌਇਸ ਕੁਆਲਿਟੀ ਆ ਜਾਊਗੀ VOIP ਦੇ ਵਿੱਚ। ਬਾਕੀ ਡਿਟੇਲ 'ਚ ਮੈਂ ਬਾਰ-ਬਾਰ ਕਹਿ ਰਿਹਾ, ਥਿਊਰੀ 'ਚ ਪੜ੍ਹਨਾ ਪਊਗਾ ਤੁਹਾਨੂੰ। ਅੱਗੇ ਚੱਲਦੇ ਹਾਂ ਜੀ ਆਪਾਂ, ਫਿਰ ਪੁੱਛ ਰਿਹਾ ਜੀ ਪਾਵਰਪੁਆਇੰਟ 2019 ਦੇ ਵਿੱਚ, ਵਿਚ ਆਫ ਦਾ ਫੋਲੋਇੰਗ ਪੇਅਰ ਆਫ ਦਾ ਸ਼ਾਰਟਕਟ ਫੰਕਸ਼ਨ ਇਜ਼ ਕਰੈਕਟ। ਕੰਟਰੋਲ P ਕਹਿੰਦਾ ਜੀ ਓਪਨ ਦਾ ਪ੍ਰਿੰਟ ਡਾਇਲੌਗ ਬਾਕਸ, ਤਾਂ ਸਾਰਿਆਂ ਨੂੰ ਪਤਾ, ਮੈਂ ਹੁਣ ਦੱਸ ਕੇ ਗਿਆ। Alt+F ਹੁੰਦਾ ਜੀ ਸ਼ੋ ਦਾ ਹਾਈਡ ਗਾਈਡਸ, ਇੱਕ ਹੁੰਦਾ ਗਾਈਡਸ, ਇੱਕ ਹੁੰਦੀ ਆ ਗ੍ਰਿਡ ਲਾਈਨਸ। ਤਾਂ ਇਹਦਾ ਆਂਸਰ ਕੀ ਬਣਨਾ ਬੇਟੇ, ਦਾ ਆਂਸਰ ਬਣਨਾ ਬੋਥ 1 ਐਂਡ 2, ਠੀਕ ਹੈ। ਤੁਹਾਨੂੰ ਮੈਂ ਗਾਈਡਸ ਤੇ ਗ੍ਰਿਡ ਦਿਖਾ ਦਾਂ। ਦੇਖੋ, ਗ੍ਰਿਡ ਤੇ ਗਾਈਡਸ ਹੁੰਦਾ ਜਿਵੇਂ ਆਪਾਂ ਕੋਈ ਅਲਾਈਨਮੈਂਟ ਕਰਨੀ ਆ, ਕਿਸੇ ਟੈਕਸਟ ਦੀ ਕਰਨੀ ਆ, ਆਬਜੈਕਟ ਦੀ ਕਰਨੀ ਆ। ਤਾਂ ਅਗਰ ਆਪਾਂ ਵਿਊ 'ਚ ਜਾਵਾਂਗੇ, ਦੇਖੋ ਧਿਆਨ ਦੇ ਨਾਲ ਦੇਖਣਾ, ਜਦੋਂ ਮੈਂ ਇੱਥੇ ਕਲਿੱਕ ਕਰੂੰਗਾ ਤੁਹਾਡੇ ਸਾਹਮਣੇ ਦੇਖੋ ਆ ਬਣਿਆ ਆ ਗਿਆ, ਇੱਕ ਆ ਬਣਿਆ ਆ ਗਿਆ। ਮੈਂ ਇੱਕ ਮੈਂ ਐਂ ਕਰਦਾ, ਖਾਲੀ ਲੈ ਲੈਣਾ, ਆ ਦੇਖੋ ਆ ਬਣਿਆ ਆ ਰਿਹਾ ਨਾ, ਇਹਨੂੰ ਕਹਿ ਦਿੰਦੇ ਗਾਈਡ। ਅਗਰ ਇਹਨੂੰ ਮੈਂ ਸ਼ੋ ਕਰਨਾ, ਹਾਈਡ ਕਰਨਾ, ਤਾਂ ਮੈਂ Alt+F9 ਨਾਲ ਕਰ ਸਕਦਾ। ਇੱਕ ਹੁੰਦੀਆਂ ਗ੍ਰਿਡ ਲਾਈਨ, ਜਿਵੇਂ ਆਪਣਾ ਐਕਸਲ ਹੁੰਦਾ, ਤਾਂ ਇਹ ਆਪਣਾ Shift+F9 ਨਾਲ ਕਰ ਸਕਦੇ ਆ। ਤਾਂ ਦੋਨੇ ਕੁਐਸਚਨ ਤੁਹਾਨੂੰ ਪੁੱਛੇ ਜਾ ਸਕਦੇ ਆ, ਧਿਆਨ ਰੱਖਣਾ ਤੁਸੀਂ। ਗਾਈਡਸ ਤੇ ਗ੍ਰਿਡਸ ਬਾਰੇ ਕੁਐਸਚਨ ਆਇਆ ਹੋਇਆ ਪਹਿਲਾਂ। ਤਾਂ ਜੇ ਇੱਥੇ ਗਾਈਡਲਾਈਨਸ ਹੁੰਦੀਆਂ ਤਾਂ ਆਪਾਂ ਕੀ ਕਰਨਾ ਸੀਗਾ, ਆਂਸਰ ਕੀ ਲਗਾਉਣਾ ਸੀਗਾ, Shift+F9 ਦੇ ਨਾਲ ਆਪਾਂ ਕੀ ਕਰ ਸਕਦੇ ਆ, ਸ਼ੋ ਔਰ ਹਾਈਡ ਕਰ ਸਕਦੇ ਆ ਗ੍ਰਿਡ ਲਾਈਨਸ ਨੂੰ, ਤੇ ਗਾਈਡਸ ਨੂੰ ਕਰ ਸਕਦੇ ਆ Alt+F9 ਦੇ ਨਾਲ। ਦੋਨੇ ਕੀ ਹੁੰਦੇ ਆ, ਵਿਊ ਦੇ ਵਿੱਚ ਹੁੰਦੇ ਆ। ਅੱਗੇ ਚੱਲਦੇ ਆ ਜੀ ਆਪਾਂ, ਦੇਖੋ ਆ ਹੁੰਦਾ ਜੀ ਤੁਹਾਡਾ ਗਾਈਡ, ਜਿਹੜਾ ਤੁਹਾਨੂੰ ਮੈਂ ਹੁਣੇ ਦਿਖਾਇਆ। ਅੱਗੇ ਚੱਲਦੇ ਆ ਜੀ ਨੈਕਸਟ। ਅੱਗੇ ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਇਜ਼ ਅ ਪਾਰਟ ਆਫ ਦਾ MS-DOS। MS-DOS ਕੀ ਹੈ ਬੇਟੇ, ਇੱਕ ਤਰ੍ਹਾਂ ਦਾ ਆਪਰੇਟਿੰਗ ਸਿਸਟਮ ਹੈ, ਠੀਕ ਹੈ ਜੀ। OS ਜਿਹਨੂੰ ਆਪਾਂ ਕਹਿੰਦੇ ਨੇ ਆਪਰੇਟਿੰਗ ਸਿਸਟਮ। ਤਾਂ ਆਪਰੇਟਿੰਗ ਸਿਸਟਮ ਦੇ ਵਿੱਚ ਹਮੇਸ਼ਾ ਕੀ ਹੁੰਦਾ ਜੀ, ਇੱਕ ਕਰਨਲ ਹੁੰਦਾ, ਇੱਕ ਸ਼ੈਲ ਹੁੰਦਾ, ਲੇਕਿਨ ਜਿਹੜਾ TCP/IP ਹੁੰਦਾ ਤਾਂ ਨੈਟਵਰਕ ਦੇ ਵਿੱਚ ਹੁੰਦਾ। ਉਹਨੇ ਪੁੱਛਿਆ ਜੀ ਵਿਚ ਆਫ ਦਾ ਫੋਲੋਇੰਗ ਇਜ਼ ਅ ਪਾਰਟ ਆਫ MS-DOS, ਤਾਂ ਡਿਸਕ ਆਪਰੇਟਿੰਗ ਸਿਸਟਮ ਇਹਨੂੰ ਬੋਲਦੇ ਆ। ਇਹਦੇ ਪਾਰਟ ਕਿਹੜੇ ਆ, 1 ਐਂਡ 2। ਤਾਂ ਆਂਸਰ ਕੀ ਆ ਜਾਊਗਾ ਜੀ ਤੁਹਾਡਾ, 4th ਆ ਜਾਊਗਾ। ਓਨਲੀ 1 ਐਂਡ 2 ਇਹਦੇ ਪਾਰਟ ਨੇ। ਬੇਸਿਕਲੀ ਹੁੰਦਾ ਕਿ ਤੁਹਾਨੂੰ ਮੈਂ ਦੱਸ ਦਿੰਦਾ, ਸਭ ਤੋਂ ਥੱਲੇ ਹੁੰਦਾ ਹਾਰਡਵੇਅਰ। ਜੇ ਮੈਂ ਗੱਲ ਕਰਾਂ, ਸਭ ਤੋਂ ਥੱਲੇ ਕੀ ਹੁੰਦਾ ਬੇਟਾ, ਹਾਰਡਵੇਅਰ ਹੁੰਦਾ। ਉਸ ਤੋਂ ਉੱਪਰ ਕੀ ਹੁੰਦਾ ਤੁਹਾਡਾ, ਠੀਕ ਹੈ ਜੀ, ਕਰਨਲ ਹੁੰਦਾ, ਫਿਰ ਤੁਹਾਡਾ ਸ਼ੈਲ ਹੁੰਦਾ, ਫਿਰ ਤੁਹਾਡੀਆਂ ਐਪਲੀਕੇਸ਼ਨਸ ਆ ਜਾਂਦੀਆਂ, ਫਿਰ ਤੁਹਾਡਾ ਯੂਜ਼ਰ ਆ ਜਾਂਦਾ। ਤਾਂ ਯੂਜ਼ਰ ਡਾਇਰੈਕਟ ਨਹੀਂ ਕਮਿਊਨੀਕੇਟ ਕਰਦਾ ਹਾਰਡਵੇਅਰ ਨਾਲ, ਉਹਦੇ ਵਿਚਕਾਰ ਕੀ ਹੁੰਦੇ ਆ, ਵੱਖਰੀ ਵੱਖਰੀ ਲੇਅਰਸ ਹੁੰਦੀਆਂ ਨੇ, ਠੀਕ ਹੈ ਜੀ। ਤਾਂ DOS ਹੁੰਦਾ, ਜਿਹਦੇ ਵਿੱਚ ਦੇਖੋ DOS ਨੂੰ ਮੈਂ ਕੱਲ ਵੀ ਦੱਸਿਆ ਸੀਗਾ, ਜਿਹੜਾ DOS ਹੈਗਾ ਬੇਟਾ,
ਇੱਕ ਤਰ੍ਹਾਂ ਦਾ ਕੀ ਹੈ ਜੀ, ਇਹ ਕਮਾਂਡ ਯੂਜ਼ਰ ਇੰਟਰਫੇਸ। ਠੀਕ ਹੈ ਜੀ, ਕਰੈਕਟਰ ਯੂਜ਼ਰ ਇੰਟਰਫੇਸ ਤੇ ਕਮਾਂਡ ਯੂਜ਼ਰ ਇੰਟਰਫੇਸ ਬੋਲ ਸਕਦੇ ਆ। ਤਾਂ ਇਹ ਕਿਉਂਕਿ ਇੱਥੇ ਸਾਰਾ ਕੰਮ ਕਮਾਂਡ ਦੇ ਥਰੂ ਹੁੰਦਾ ਸੀਗਾ। ਨੈਕਸਟ ਚੱਲਦੇ ਹਾਂ ਜੀ, ਆਪਾਂ ਅਗਲੇ ਕੁਐਸਚਨ ਵੱਲ ਮੂਵ ਕਰਦੇ ਹਾਂ। ਆ ਵੀ ਕੁਐਸਚਨ ਬਹੁਤ ਵਧੀਆ ਹੈ, ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਪੇਅਰ ਆਰ ਕਰੈਕਟ। ਹੁਣ ਦੇਖੋ ਮਲਟੀਪਲੈਕਸਿੰਗ ਬੇਸਿਕਲੀ ਕੀ ਹੁੰਦੀ ਹੈ। ਮਲਟੀਪਲੈਕਸਿੰਗ ਤੁਹਾਨੂੰ ਮੈਂ ਦੱਸਦਾ, ਮਲਟੀਪਲੈਕਸਿੰਗ ਕੀ ਹੁੰਦੀ ਹੈ। ਮਲਟੀਪਲੈਕਸਿੰਗ ਹੁੰਦੀ ਹੈ ਵੀ ਮੰਨ ਲਓ ਜਦੋਂ ਆਪਾਂ ਮੰਨ ਲਓ ਇਧਰੋਂ ਆਪਣੇ ਕੋਲ ਕੀ ਹੈ ਜੀ, n ਨੰਬਰ ਆਫ ਚੈਨਲ ਹੈਗੇ ਆ। ਠੀਕ ਹੈ, ਜਿਵੇਂ ਮੰਨ ਲਓ ਮੈਂ ਇੱਥੇ ਕੀ ਮੰਨ ਲਓ ਜਿਵੇਂ 10 ਯੂਜ਼ਰ ਹੈ, ਮੰਨ ਲਓ 1 2 3 4 5 10 ਯੂਜ਼ਰ ਨੇ। 10 ਦਾ ਜਿਹਦੇ ਇਕੱਠੀ ਜਿਹੜਾ ਚੈਨਲ ਹੁੰਦਾ ਉਹਨੂੰ ਆਪਾਂ ਕੀ ਕਰਦੇ ਆ, ਇੱਕ ਦੇ ਵਿੱਚ ਕਨਵਰਟ ਕਰ ਦਿੰਦੇ ਆ। ਮੈਂ ਕਹਿ ਸਕਦਾ n2 ਜਦੋਂ 1 ਕਰਨਾ ਹੋਵੇ ਉਹਨੂੰ ਕਹਿ ਦਿੰਦੇ ਆ ਮਲਟੀਪਲੈਕਸਿੰਗ। ਜਦੋਂ ਕੀ ਆ 1 to n ਕਰਨਾ ਹੋਵੇ ਉਹਨੂੰ ਕਹਿ ਦਿੰਦੇ ਆ ਡੀਮਲਟੀਪਲੈਕਸਿੰਗ। ਇਹ ਬੇਸਿਕਲੀ ਉੱਥੇ ਯੂਜ਼ ਹੁੰਦਾ ਹੈ ਜਦੋਂ ਆਪਾਂ ਇੰਟਰਨੈਟ ਦੇ ਵਿੱਚ ਕੋਈ ਯੂਜ਼ ਕਰਦੇ ਆ ਨਾ, ਪੈਰਲਲ ਤੇ ਆਪਾਂ ਸੀਰੀਅਲ ਦੇ ਵਿੱਚ ਕੰਮ ਕਰਦੇ ਆ ਨਾ, ਉਦੋਂ ਯੂਜ਼ ਹੁੰਦਾ ਹੈ। ਹੁਣ ਮੰਨ ਲਓ ਕੋਈ ਡਾਟਾ ਆਪਣੇ ਕੋਲ ਪੈਰਲਲ ਫਾਰਮ ਦੇ ਵਿੱਚ ਆ ਰਿਹਾ, ਮੰਨ ਲਓ ਆ ਪੈਰਲਲ ਡਾਟਾ ਆ ਗਿਆ ਇੰਨੇ ਯੂਜ਼ਰ ਤੋਂ, ਉਹਨੂੰ ਕਨਵਰਟ ਕਰਕੇ ਆਪਾਂ ਕੀ ਕਰਨਾ, ਸਿੰਗਲ ਦੇ ਵਿੱਚ ਕਰਨਾ, ਸੀਰੀਅਲ ਦੇ ਵਿੱਚ ਕਰਨਾ। ਜਦੋਂ ਸੀਰੀਅਲ ਦੇ ਵਿੱਚ ਆ ਰਿਹਾ ਉਹਨੂੰ ਪੈਰਲਲ ਚ ਕਰਨਾ, ਉਦੋਂ ਵਰਤੀ ਜਾਂਦੀ ਹੈ ਮਲਟੀਪਲੈਕਸਿੰਗ। MUX ਹੁੰਦਾ ਮਲਟੀਪਲੈਕਸਿੰਗ ਵਾਸਤੇ, DEMUX ਹੁੰਦਾ ਡੀਮਲਟੀਪਲੈਕਸਿੰਗ ਵਾਸਤੇ। ਤਾਂ ਗੱਲ ਸਮਝ ਆ ਗਈ ਹੈ। n to 1 ਕਰਨਾ ਹੋਵੇ ਮਲਟੀਪਲੈਕਸਿੰਗ, ਠੀਕ ਹੈ ਜੀ, 1 to n ਕਰਨਾ ਹੋਵੇ ਡੀਮਲਟੀਪਲੈਕਸਿੰਗ। ਹੁਣ ਇਹਦੀ ਅੱਗੇ ਟਾਈਪਸ ਹੁੰਦੀਆਂ ਨੇ ਬੇਟਾ, ਟਾਈਪਸ ਕਿਹੜੀਆਂ ਹੁੰਦੀਆਂ ਨੇ ਤੁਹਾਨੂੰ ਮੈਂ ਦੱਸ ਦਿੰਦਾ। ਹੁਣ ਜਿਹੜੀਆਂ ਟਾਈਪਸ ਦੇ ਸਿਰਫ ਨਾਮ ਯਾਦ ਕਰਨੇ ਆ, ਜ਼ਿਆਦਾ ਡਿਟੇਲ ਚ ਨਹੀਂ ਜਾਣਾ। ਹੁਣ ਜਿਹੜੀ ਮਲਟੀਪਲੈਕਸਿੰਗ ਹੁੰਦੀ ਹੈ, ਠੀਕ ਹੈ ਜੀ, ਇਹਦੇ ਵਿੱਚ ਇੱਕ ਹੁੰਦੀ ਹੈ FDM, ਇਹਦੀ ਫੁੱਲ ਫਾਰਮ ਯਾਦ ਰੱਖਣੀ ਹੈ, ਫ੍ਰੀਕੁਐਂਸੀ ਡਿਵੀਜ਼ਨ ਮਲਟੀਪਲੈਕਸਿੰਗ। ਇੱਕ ਹੁੰਦੀ ਹੈ WDM, ਵੇਵ ਲੈਂਥ ਡਿਵੀਜ਼ਨ ਮਲਟੀਪਲੈਕਸਿੰਗ। ਇੱਕ ਹੁੰਦੀ ਹੈ ਟਾਈਮ ਡਿਵੀਜ਼ਨ ਮਲਟੀਪਲੈਕਸਿੰਗ। ਤਾਂ ਇੱਥੇ ਇਹਨੇ ਪੁੱਛਿਆ ਕੀ ਹੈ, ਕਹਿੰਦਾ ਜੀ ਮਲਟੀਪਲੈਕਸਿੰਗ ਟੈਕਨੀਕ TDM ਹੈ। ਤਾਂ ਟਾਈਮ ਡਿਵੀਜ਼ਨ ਹੁੰਦੀ ਹੈ, ਬਿਲਕੁਲ ਕਰੈਕਟ ਹੈ। ਪਹਿਲਾ ਕੀ ਹੋ ਗਿਆ ਆਪਣਾ, ਕਰੈਕਟ ਹੋ ਗਿਆ। ਮੋਡੂਲੇਸ਼ਨ ਕਹਿੰਦਾ ਜੀ TM, ਇਹ ਗਲਤ ਹੈ। ਹੁਣ ਮੋਡੂਲੇਸ਼ਨ ਕੀ ਹੁੰਦੀ ਹੈ, ਤੁਸੀਂ ਸੁਣਿਆ ਹੋਊਗਾ FM ਸੁਣਿਆ ਹੋਊਗਾ, ਫ੍ਰੀਕੁਐਂਸੀ ਮੋਡੂਲੇਸ਼ਨ। ਜਿਹੜਾ ਆਪਣਾ ਰੇਡੀਓ ਚੱਲਦੇ ਨੇ ਉਹ ਫ੍ਰੀਕੁਐਂਸੀ ਦੇ ਉੱਪਰ ਚੱਲਦੇ ਨੇ। ਤਾਂ ਇਹਦੀ ਵੀ ਟਾਈਪਸ ਪੜ੍ਹ ਲਓ, ਇਹਦੀਆਂ ਟਾਈਪਸ ਕਿਹੜੀਆਂ ਹੁੰਦੀਆਂ ਤੁਹਾਨੂੰ ਮੈਂ ਦੱਸ ਦਿੰਦਾ। ਜਿਵੇਂ ਹੁਣ ਦੇਖੋ ਫ੍ਰੀਕੁਐਂਸੀ ਮੋਡੂਲੇਸ਼ਨ ਦੀ ਗੱਲ ਕਰੀਏ ਤਾਂ ਆਪਣੇ ਕੋਲੇ ਕਿਹੜੀਆਂ ਜ਼ਿਆਦਾਤਰ ਇਹ ਪੁੱਛਦੇ ਹੁੰਦੇ ਆ, AM ਪੁੱਛਦੇ ਹੁੰਦੇ ਆ, ਐਂਪਲੀਟਿਊਡ ਮੋਡੂਲੇਸ਼ਨ, FM ਪੁੱਛਦੇ ਹੁੰਦੇ ਆ, ਫ੍ਰੀਕੁਐਂਸੀ ਮੋਡੂਲੇਸ਼ਨ, ਫੇਸ ਮੋਡੂਲੇਸ਼ਨ, ਐਂਪਲੀਟਿਊਡ, ਫ੍ਰੀਕੁਐਂਸੀ, ਠੀਕ, ਸ਼ਿਫਟ ਕੀ। ਮੈਂ ਤਾਂ ਇੰਨਾ ਡਿਟੇਲ ਚ ਨਹੀਂ ਜਾਂਦੇਗੇ। FM ਤੇ AM ਤੋਂ ਜ਼ਿਆਦਾ ਕੁਐਸਚਨ ਆਉਂਦੇ ਹੁੰਦੇ ਆ, FM ਤੇ AM, ਠੀਕ ਹੈ ਜੀ, ਇਹਨਾਂ ਤੋਂ ਜ਼ਿਆਦਾ ਪੁੱਛਦੇ ਹੁੰਦੇ ਆ। ਤਾਂ ਕਹਿਣ ਦਾ ਮਤਲਬ TM ਨਾਮ ਦੀ ਕੋਈ ਵੀ ਨਹੀਂ ਹੈਗੀ ਕਿ ਤਾਂ ਪਹਿਲਾ ਕਰੈਕਟ ਹੈ, ਦੂਜਾ ਕੀ ਹੋ ਗਿਆ, ਇਨਕਰੈਕਟ। ਇਹਨੇ ਪੁੱਛਿਆ ਵੀ ਕਿਹੜਾ ਜੋੜਾ ਕਰੈਕਟ ਹੈਗਾ, ਤਾਂ ਓਨਲੀ 1 ਹੈ, ਤਾਂ ਆਨਸਰ ਕੀ ਆ ਜਾਊਗਾ ਜੀ, 4th ਆ ਜਾਊਗਾ। ਠੀਕ ਹੈ ਜੀ, ਅੱਗੇ ਚੱਲਦੇ ਹਾਂ, ਨੈਕਸਟ ਕੁਐਸਚਨ ਵੱਲ ਮੂਵ ਕਰਦੇ ਆਪਾਂ। ਅੱਗੇ ਫੇਰ VoIP ਤੋਂ ਆ ਗਿਆ, ਕਹਿੰਦਾ ਜੀ ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਕਰੈਕਟ ਰਿਗਾਰਡਿੰਗ ਦਾ VoIP। ਟੈਲੀਫੋਨ ਨੰਬਰ ਕੈਨ ਨਾਟ ਬੀ ਸਟੋਰਡ ਇਨ ਦਾ VoIP ਫੋਨ ਮੈਮਰੀ। ਇੱਥੋਂ ਤੁਸੀਂ ਆਪ ਦਿਮਾਗ ਲਾਓ, ਕੀ ਹੋ ਸਕਦਾ ਵੀ ਟੈਲੀਫੋਨ ਮੈਮਰੀ ਚ ਨਾ ਸੇਵ ਕਰ ਸਕਦੇ ਹੋਈਏ। ਇਹਦੇ ਵਿੱਚ ਆਪਾਂ ਸੇਵ ਕਰ ਸਕਦੇ ਭਾਈ ਨੰਬਰ, ਜਿਵੇਂ ਆਪਾਂ ਮੋਬਾਈਲ 'ਚ ਕਰ ਸਕਦੇ ਹਾਂ, ਇਹਦੇ ਵਿੱਚ ਵੀ ਕਰ ਸਕਦੇ ਆ। ਤਾਂ ਪਹਿਲਾ ਕੀ ਹੋ ਗਿਆ ਆਪਣਾ, ਕਰੈਕਟ ਹੋ ਗਿਆ। ਠੀਕ ਹੈ ਜੀ, ਹੁਣ ਦੂਜੇ ਦੀ ਗੱਲ ਕਰਦੇ ਆ। ਠੀਕ ਹੈ ਜੀ, ਕਹਿੰਦਾ ਟੈਲੀਫੋਨ ਨੰਬਰ ਕੈਨ ਨਾਟ ਬੀ, ਅੱਛਾ ਕੈਨ ਨਾਟ ਬੀ ਤਾਂ ਇਹ ਗਲਤ ਹੋ ਗਿਆ ਕਿਉਂਕਿ ਆਪਾਂ ਸਟੋਰ ਕਰ ਸਕਦੇ ਆ। ਧਿਆਨ ਦੇ ਨਾਲ ਗਲਤੀ ਨਹੀਂ ਕਰਨੀ, ਦੇਖੋ ਮੇਰੇ ਤੋਂ ਗਲਤੀ ਹੋਣ ਜਾ ਰਹੀ ਸੀਗੀ। ਕਹਿੰਦਾ ਯੂ ਕੈਨ ਨਾਟ ਪੁੱਟ ਦਾ ਫੋਨ ਔਨ ਦਾ ਹੋਲਡ। ਨਹੀਂ, ਆਪਾਂ ਫੋਨ ਹੋਲਡ ਤੇ ਰੱਖ ਸਕਦੇ ਆ, ਜਦੋਂ ਮੰਨ ਲਓ ਆਪਣੇ ਵਿੱਚ ਕੋਈ ਕਾਲ ਆ ਰਹੀ ਹੈ ਆਪਾਂ ਫੋਨ ਹੋਲਡ ਤੇ ਰੱਖ ਸਕਦੇ ਆ। ਤਾਂ ਇਹਨੇ ਪੁੱਛਿਆ ਵੀ ਕਿਹੜੀਆਂ ਕਰੈਕਟ ਨੇ, ਤਾਂ ਦੋਨੇ ਕੀ ਹੋ ਗਿਆ, ਇਨਕਰੈਕਟ ਹੋ ਗਿਆ। ਤਾਂ ਨਾਈਦਰ 1 ਨॉट 2। ਠੀਕ ਹੈ, ਚਲੋ ਜੀ ਅੱਗੇ ਚੱਲਦੇ ਆ ਜੀ। ਕਹਿੰਦਾ PowerPoint 2019 ਦੇ ਵਿੱਚ ਆਫ ਦਾ ਫੋਲੋਇੰਗ ਪੇਅਰ ਆਫ ਦਾ ਸ਼ਾਰਟਕਟ ਫੰਕਸ਼ਨ ਇਜ਼ ਕਰੈਕਟ। ਕੰਟਰੋਲ A ਕਹਿੰਦਾ ਕਾਪੀ ਆਲ ਦਾ ਸਲਾਈਡਸ ਇਨ ਦਾ ਸਲਾਈਡਰ ਸੌਫਟਵੇਅਰ ਵਿਊ। ਗਲਤ ਹੈ। ਕੰਟਰੋਲ A ਕਾਦੇ ਵਾਸਤੇ ਹੁੰਦਾ ਬੇਟੇ, ਸਿਲੈਕਟ ਆਲ ਵਾਸਤੇ। ਕੰਟਰੋਲ A ਕਾਦੇ ਵਾਸਤੇ ਹੁੰਦਾ, ਸਿਲੈਕਟ ਆਲ ਵਾਸਤੇ ਹੁੰਦਾ। ਕੰਟਰੋਲ ਪਲੱਸ ਸਪੇਸ ਬਾਰ ਕਹਿੰਦਾ ਸਿਲੈਕਟ ਆਲ ਦਾ ਆਬਜੈਕਟ, ਇਹ ਵੀ ਗਲਤ ਹੈ। ਤਾਂ ਆਬਜੈਕਟ ਵੀ ਆਪਾਂ ਕੰਟਰੋਲ A ਨਾਲ ਸਿਲੈਕਟ ਕਰ ਸਕਦੇ ਹਾਂ। ਹੁਣ ਕੰਟਰੋਲ ਸਪੇਸ ਬਾਰ ਵੱਖਰੇ ਵੱਖਰੇ ਕੰਮਾਂ ਵਾਸਤੇ ਵਰਤਿਆ ਜਾਂਦਾ। ਜ਼ਿਆਦਾਤਰ ਇਹ ਹੁੰਦਾ ਜਿਵੇਂ ਆਪਾਂ ਆਡੀਓ ਜਾਂ ਵੀਡੀਓ ਨੂੰ ਕੀ ਕਰਨਾ ਹੋਵੇ, ਪਲੇ ਜਾਂ ਪਾਊਜ਼ ਕਰਨਾ ਹੋਵੇ, ਪਲੇ ਜਾਂ ਪਾਊਜ਼ ਕਰਦੇ ਨੇ ਉਹਦੇ ਵਾਸਤੇ ਵਰਤਦੇ ਆ। ਤਾਂ ਦੋਨੇ ਕੀ ਹੋ ਗਏ ਆਪਣੇ, ਇਨਕਰੈਕਟ ਹੋ ਗਏ। ਉਹਨੇ ਕੋਈ ਪੁੱਛਿਆ ਸੀਗਾ, ਕਰੈਕਟ ਪੁੱਛਿਆ ਸੀਗਾ, ਤਾਂ ਨਾਈਦਰ 1 ਨॉट 2। ਠੀਕ ਹੈ ਜੀ, ਤਾਂ ਆਨਸਰ ਕੀ ਆ ਜਾਊਗਾ ਆਪਣਾ, ਡੀ ਆ ਜਾਊਗਾ। ਨੈਕਸਟ ਚੱਲਦੇ ਆ, ਅਗਲਾ ਆ ਗਿਆ ਜੀ ਗੋਫਰ। ਹੁਣ ਬੱਚਿਆਂ ਨੂੰ ਪਤਾ ਹੀ ਨਹੀਂ ਹੋਊਗਾ ਗੋਫਰ ਕੀ ਹੁੰਦਾ। ਗੋਫਰ ਹੁੰਦਾ ਇੱਕ ਲਾਇਬ੍ਰੇਰੀ ਵਾਂਗੂ, ਇੱਕ ਸਰਵਰ ਲਾਇਬ੍ਰੇਰੀ। ਜਿਵੇਂ ਆਪਾਂ ਲਾਇਬ੍ਰੇਰੀ ਦੇ ਵਿੱਚ ਜਾਂਦੇ ਆ ਕਿ ਕੈਟਲੌਗ ਮਿਲਦਾ ਆਪਾਂ ਨੂੰ, ਵੀ ਉਸ ਕੈਟਲੌਗ ਦੇ ਵਿੱਚ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇੱਥੇ ਕਿਹੜੇ ਕਿਹੜੇ, ਜਿਵੇਂ ਮੰਨ ਲਓ ਸਾਇੰਸ ਦੀਆਂ ਕਿਤਾਬਾਂ ਕਿੱਥੇ ਪਈਆਂ ਨੇ, ਮੈਥ ਦੀਆਂ ਕਿਤਾਬਾਂ ਕਿੱਥੇ ਪਈਆਂ ਨੇ, ਕੰਪਿਊਟਰ ਦੀਆਂ ਕਿੱਥੇ ਪਈਆਂ ਨੇ। ਉਵੇਂ ਇੱਕ ਗੋਫਰ ਹੁੰਦਾ। ਗੋਫਰ ਤੁਹਾਨੂੰ ਮੈਂ ਦਿਖਾ ਦਿੰਦਾ, ਇਸ ਤਰ੍ਹਾਂ ਹੁੰਦਾ ਹੈ। ਗੋਫਰ ਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ, ਆਪਾਂ ਨੂੰ ਪਤਾ ਹੁੰਦਾ ਹੈ ਵੀ ਮੰਨ ਲਓ ਆਹ ਇਨਫੋਰਮੇਸ਼ਨ ਐਂ ਪਈ ਆ, ਐਂ ਪਈ ਆ। ਇਹ ਜ਼ਿਆਦਾਤਰ ਸਕੂਲ ਦੇ ਵਿੱਚ, ਬੈਂਕਾਂ ਵਿੱਚ, ਕਾਰਪੋਰੇਟ ਜਿਹੜੀਆਂ ਕੰਪਨੀਆਂ ਹੁੰਦੀਆਂ ਨੇ ਉੱਥੇ ਵਰਤਿਆ ਜਾਂਦਾ ਹੈ। ਤੇ ਇਹਨਾਂ ਨੇ ਪੁੱਛਿਆ ਵੀ ਕਿੱਥੇ ਹੁੰਦਾ। ਤੁਹਾਨੂੰ ਮੈਂ ਕਿਹਾ ਵੀ ਜਦੋਂ ਇਦਾਂ ਦਾ ਕੁਐਸਚਨ ਆਊਗਾ 99.9% ਦਾ ਆਨਸਰ ਕੀ ਆਉਣਾ ਤੁਹਾਡਾ, ਆਲ ਆਫ ਦਾ ਅਬਵ ਹੀ ਆਊਗਾ। ਠੀਕ ਹੈ ਜੀ, ਤਾਂ ਆਨਸਰ ਬੀ ਆਊਗਾ ਇਹਦਾ। ਅੱਗੇ ਚੱਲਦੇ ਹਾਂ ਜੀ ਆਪਾਂ। ਫਾਇਰਵਾਲ ਤੋਂ ਵੀ ਕਈ ਵਾਰ ਕੁਐਸਚਨ ਆ ਜਾਂਦਾ ਬੇਟਾ, ਸਟੇਟਮੈਂਟ ਪੁੱਛ ਰਿਹਾ ਵੀ ਕਿਹੜੀਆਂ ਕਰੈਕਟ ਹੈਗੀਆਂ। ਤਾਂ ਫਾਇਰਵਾਲ ਹੁੰਦਾ ਵੀ ਮੋਨੀਟਰਿੰਗ ਕਰਨ ਵਾਸਤੇ ਹੁੰਦਾ, ਵੀ ਇੰਟਰਨੈਟ ਤੋਂ ਕੋਈ ਚੀਜ਼ ਤੁਹਾਡੇ ਕੰਪਿਊਟਰ 'ਚ ਆ ਰਹੀ ਹੈ, ਜਿਹੜੀ ਤਾਂ ਹਾਨੀਕਾਰਕ ਹੋਊਗੀ ਹੋ ਜੂਗੀ, ਰਿਜੈਕਟ ਹੋ ਜੂਗੀ, ਜਿਹੜੀ ਸਹੀ ਹੋਊਗੀ ਉਹ ਐਕਸੈਪਟ ਹੋ ਜੂਗੀ। ਤਾਂ ਕਹਿੰਦਾ ਜੀ ਫਾਇਰਵਾਲ ਕੈਨ ਬੀ ਕੰਬੀਨੇਸ਼ਨ ਆਫ ਦਾ ਹਾਰਡਵੇਅਰ ਐਂਡ ਸੌਫਟਵੇਅਰ। ਬਿਲਕੁਲ ਠੀਕ ਹੈ।
ਸੌਫਟਵੇਅਰ ਤਾਂ ਆਪਣੀ ਵਿੰਡੋ ਦੇ ਵਿੱਚ ਇਨਬਿਲਟ ਆਉਂਦੀ ਹੈ ਫਾਇਰਵਾਲ। ਬਾਕੀ ਆਪਾਂ ਜਿਵੇਂ ਰਾਊਟਰ ਹੋ ਗਿਆ, ਗੇਟਵੇ ਹੋ ਗਿਆ, ਬ੍ਰਿਜ ਹੋ ਗਿਆ, ਉੱਤੇ ਵੀ ਆਪਾਂ ਹਾਰਡਵੇਅਰ ਵਾਂਗੂ ਵੀ ਉਹਨੂੰ ਯੂਜ਼ ਕਰ ਸਕਦੇ ਹਾਂ। ਤਾਂ ਪਹਿਲੀ ਸਟੇਟਮੈਂਟ ਕੀ ਹੋਗੀ ਤੁਹਾਡੀ? ਕਰੈਕਟ ਹੋਗੀ, ਕਿਉਂਕਿ ਉਹਨੇ ਕੀ ਪੁੱਛ ਰਿਹਾ ਬੇਟਾ? ਤੁਹਾਡਾ ਕਰੈਕਟ ਪੁੱਛ ਰਿਹਾ। ਠੀਕ ਹੈ ਜੀ, ਕੀ ਪੁੱਛ ਰਿਹਾ ਬੇਟਾ? ਕਰੈਕਟ ਪੁੱਛ ਰਿਹਾ। ਚਲੋ, ਕਹਿੰਦਾ ਜੀ ਫਾਇਰਵਾਲ ਇਜ਼ ਨਾਰਮਲੀ ਇੰਸਟਾਲਡ ਔਨ ਦਾ ਸਰਵਰ ਐਂਡ ਰਾਊਟਰ। ਕੀ ਪੁੱਛ ਰਿਹਾ ਬੇਟਾ? ਜਿਹੜੀ ਇਹ ਹੈਗੀ ਆਪਣੀ, ਕਹਿੰਦਾ ਰਾਊਟਰ ਤੇ ਸਰਵਰ ਤੇ। ਤੁਹਾਨੂੰ ਮੈਂ ਹੁਣ ਦੱਸ ਕੇ ਹਟਿਆ। ਤਾਂ ਇਹ ਕਿਸੇ ਤੇ ਵੀ ਆਪਾਂ ਕਰ ਸਕਦੇ ਹਾਂ ਇੰਸਟਾਲ। ਸਰਵਰ ਹੁੰਦਾ ਜਿਹੜਾ ਮੇਨ ਕੰਪਿਊਟਰ, ਬਾਕੀ ਸਾਰੇ ਕੰਪਿਊਟਰ ਦੇ ਨਾਲ ਕੀ ਹੁੰਦੇ ਆ? ਅਟੈਚ ਹੁੰਦੇ ਆ। ਜਿਵੇਂ ਟੀਚਰ ਆ ਕਲਾਸ ਦੇ ਵਿੱਚ, ਟੀਚਰ ਕੀ ਹੋ ਗਿਆ? ਸਰਵਰ। ਬੱਚੇ ਕੀ ਹੋ ਗਏ? ਕਲਾਇੰਟ ਹੋ ਗਏ। ਤਾਂ ਸਰਵਰ ਦੇ ਉੱਪਰ ਅਗਰ ਇੰਸਟਾਲ ਕਰ ਦਾਂਗੇ, ਡੈਫੀਨੇਟਲੀ ਜਿਹੜੇ ਬਾਕੀ ਹੋਣਗੇ ਉਹ ਬਚ ਜਾਣਗੇ। ਕਹਿੰਦਾ ਜੀ ਲਿਸਟ ਆਫ ਦਾ ਵੈਬਸਾਈਟ ਕੈਨ ਬੀ ਲਿਸਟਡ ਇਨ ਦਾ ਫਾਇਰਵਾਲ ਟੇਬਲ। ਜਿਵੇਂ ਹੁਣ ਮੰਨ ਲਓ ਫਾਇਰਵਾਲ ਦੇ ਵਿੱਚ ਇੱਕ ਟੇਬਲ ਜਨਰੇਟ ਹੋ ਜਾਂਦਾ ਹੈ। ਹੁਣ ਜਿਹੜੀਆਂ ਜਿਵੇਂ ਹੁਣ ਯੂਜੀਸੀ ਹੈ, ਯੂਜੀਸੀ ਨੇ ਕੁਝ ਯੂਨੀਵਰਸਿਟੀਆਂ ਨੂੰ ਕੀ ਕਰਤਾ? ਬਲੈਕ ਲਿਸਟ ਕਰਤਾ। ਉਹਨਾਂ ਨੇ ਇੱਕ ਟੇਬਲ ਬਣਾਤਾ ਵੀ ਇਹ ਫਲਾਨੀਆਂ ਯੂਨੀਵਰਸਿਟੀ ਹੈ, ਇਹ ਸਾਰੀਆਂ ਬਲੈਕ ਲਿਸਟਡ ਨੇ, ਇਹਨਾਂ ਤੋਂ ਕੋਈ ਡਿਗਰੀ ਨਾ ਕਰੋ। ਉਵੇਂ ਫਾਇਰਵਾਲ ਦੇ ਵਿੱਚ ਇੱਕ ਟੇਬਲ ਜਨਰੇਟ ਹੋ ਜਾਂਦਾ ਵੀ ਜਿਹੜੀਆਂ ਸਾਰੀਆਂ ਵੈਬਸਾਈਟ ਹੈਗੀਆਂ ਨੇ ਇਹ ਫੇਕ ਨੇ, ਜਾਂ ਇਹ ਕੀ ਆ ਖਤਰਾ ਤੁਹਾਡੇ ਵਾਸਤੇ, ਤੁਸੀਂ ਇਹਨਾਂ ਤੇ ਵਿਜ਼ਿਟ ਨਾ ਕਰੋ। ਤਾਂ ਤਿੰਨੇ ਕੀ ਹੋ ਗਈਆਂ? ਸਟੇਟਮੈਂਟ ਕਰੈਕਟ ਹੋ ਗਈਆਂ ਬੇਟਾ। ਇਹਦਾ ਆਨਸਰ ਕੀ ਆਊਗਾ ਜੀ? 1 2 ਐਂਡ 3 ਆਊਗਾ। ਉਹਨੇ ਕਰੈਕਟ ਪੁੱਛਿਆ ਸੀ, ਤਾਂ ਤਿੰਨੇ ਕੀ ਨੇ? ਕਰੈਕਟ ਸਟੇਟਮੈਂਟ ਨੇ ਰਿਗਾਰਡਿੰਗ ਫਾਇਰਵਾਲ। ਅਗਲਾ ਕੁਐਸਚਨ ਆ ਗਿਆ ਜੀ, ਕਹਿੰਦਾ ਆਇਡੈਂਟੀਫਾਈ ਦਾ ਆਪਸ਼ਨ ਦੈਟ ਅਰੇਂਜ ਦਾ ਗਿਵਨ ਟਾਈਪ ਆਫ ਦਾ ਮੈਮਰੀ ਅਕੋਰਡਿੰਗ ਟੂ ਦਾ ਪਰਫਾਰਮੈਂਸ। ਪਰਫਾਰਮੈਂਸ ਦਾ ਮਤਲਬ ਹੁੰਦਾ ਕਿਹੜੀ ਫਾਸਟ ਹੈ, ਕਿਹੜੀ ਲੋ ਹੈ। ਤਾਂ ਉਹਨੇ ਪੁੱਛਿਆ ਕਿ ਆਹ ਨੂੰ ਧਿਆਨ ਨਾਲ ਪੜਨਾ ਹੈ। ਕਹਿੰਦਾ ਹਾਈ ਟੂ ਲੋ ਪੁੱਛਿਆ ਵੀ ਸਭ ਤੋਂ ਹਾਈ ਪਰਫਾਰਮੈਂਸ ਕਿਹਦੀ ਹੈਗੀ ਹੈ, ਜਿਹੜੀ ਬਹੁਤ ਘੱਟ ਟਾਈਮ ਦੇ ਵਿੱਚ ਕੀ ਹੈ? ਬਹੁਤ ਵਧੀਆ ਕੰਮ ਕਰਦੀ ਹੈ। ਤਾਂ ਆਪਾਂ ਨੂੰ ਪਤਾ ਜਿਹੜਾ ਰੈਮ ਹੁੰਦਾ ਬੇਟੇ, ਰੈਮ ਮੈਮਰੀ ਇਹ ਸਭ ਤੋਂ ਹਾਈਐਸਟ ਹੁੰਦੀ ਹੈ। ਠੀਕ ਹੈ, ਵੈਸੇ ਤਾਂ ਰਜਿਸਟਰ ਹੁੰਦਾ, ਆਪਾਂ ਕੈਸ਼ੇ ਪੜੀ, ਪਰ ਇੱਥੇ ਰੈਮ ਦੀ ਗੱਲ ਹੋ ਰਹੀ ਹੈ, ਹਾਰਡ ਡਿਸਕ ਦੀ ਗੱਲ ਹੋ ਰਹੀ ਹੈ। ਤਾਂ ਆਪਾਂ ਪੜਿਆ ਰੈਮ। ਤਾਂ ਰੈਮ ਤਾਂ ਇੱਕ ਨੰਬਰ ਤੇ ਫਾਸਟ ਹੁੰਦਾ, ਹਾਰਡ ਡਿਸਕ ਥੋੜੀ ਜਿਹੀ ਸਲੋ ਹੁੰਦੀ ਹੈ। ਪਰ ਰੈਮ ਦੇ ਅੱਗੇ ਵੀ ਕੀ ਹੁੰਦੇ? ਇੱਕ ਐਸ ਰੈਮ ਹੁੰਦਾ, ਸਟੈਟਿਕ ਰੈਮ, ਇੱਕ ਡੀ ਰੈਮ ਹੁੰਦਾ। ਤਾਂ ਆਪਾਂ ਇੱਕ ਕੁਐਸਚਨ ਪੜਿਆ ਵੀ ਜਿਹੜਾ ਡਾਇਨਾਮਿਕ ਰੈਮ ਹੁੰਦਾ ਉਹਨੂੰ ਵਾਰ-ਵਾਰ ਰੀਫਰੈਸ਼ ਕਰਨਾ ਪੈਂਦਾ। ਇੱਕ ਕੁਐਸਚਨ ਆਉਂਦਾ ਹੁੰਦਾ ਨਾ ਕਿ ਕਿਹੜੀ ਮੈਮਰੀ ਹੈ ਜਿਹਨੂੰ ਆਪਾਂ ਪਰ ਸੈਕਿੰਡ ਵਾਰ-ਵਾਰ ਰੀਫਰੈਸ਼ ਕਰਦੇ ਆ? ਤਾਂ ਡਾਇਨਾਮਿਕ ਰੈਮ ਹੁੰਦਾ। ਹੁਣ ਜਿਹੜੀ ਚੀਜ਼ ਨੂੰ ਵਾਰ-ਵਾਰ ਰੀਫਰੈਸ਼ ਕਰਨਾ ਪੈਂਦਾ, ਆਬਵੀਅਸ ਉਹਦੇ ਤੇ ਕੀ ਲੱਗੂਗਾ? ਟਾਈਮ ਲੱਗੂਗਾ। ਜਦੋਂ ਟਾਈਮ ਲੱਗੂਗਾ ਕੀ ਹੋ ਜਾਊਗਾ? ਸਲੋ ਹੋ ਜਾਊਗਾ। ਤਾਂ ਕਹਿਣ ਦਾ ਮਤਲਬ ਕਿੱਥੋਂ ਆਪਣਾ ਆਨਸਰ ਆ ਗਿਆ? ਸਭ ਤੋਂ ਨੰਬਰ 1 ਤੇ ਕੀ ਹੋਊਗਾ ਜੀ? ਐਸ ਰੈਮ ਯਾਨੀ ਕਿ ਸਟੈਟਿਕ ਰੈਮ। ਦੂਜੇ ਨੰਬਰ ਤੇ ਕੀ ਹੋਊਗਾ ਜੀ? ਡਾਇਨਾਮਿਕ ਰੈਮ। ਤੀਜੇ ਨੰਬਰ ਤੇ ਕੀ ਹੋਊਗਾ ਜੀ? ਆਪਣੀ ਹਾਰਡ ਡਿਸਕ। ਇਹਨੇ ਪੁੱਛਿਆ ਵੀ ਪਰਫਾਰਮੈਂਸ ਦੇ ਅਕੋਰਡਿੰਗ ਤੁਸੀਂ ਕੀ ਕਰਨਾ? ਆਰਡਰ ਜਨਰੇਟ ਕਰਨਾ। ਤਾਂ ਸਭ ਤੋਂ ਪਹਿਲੇ ਨੰਬਰ ਤੇ ਕੀ ਆ ਗਿਆ ਜੀ? ਆਪਣਾ ਐਸ ਰੈਮ ਯਾਨੀ ਕਿ ਬੀ। ਤਾਂ ਆਨਸਰ ਆਪਣਾ ਫਸਟ ਆਊਗਾ। ਪਹਿਲਾਂ ਆਪਣੇ ਕੋਲੇ ਬੀ ਯਾਨੀ ਕਿ ਐਸ ਰੈਮ, ਫਿਰ ਡੀ ਰੈਮ ਤੇ ਫਿਰ ਹਾਰਡ ਡਿਸਕ ਆ ਗਈ। ਐਸ ਰੈਮ ਤੇ ਡੀ ਰੈਮ ਦੇਖਣ ਨੂੰ ਇੱਕੋ ਜਿਹੇ ਲੱਗਦੇ ਹੁੰਦੇ ਆ। ਡੀ ਰੈਮ ਹੁੰਦਾ, ਇਹ ਐਸ ਰੈਮ ਹੁੰਦਾ, ਇਹ ਰੋਮ ਵਰਗਾ ਹੀ ਹੁੰਦਾ। ਠੀਕ ਹੈ ਜੀ। ਤਾਂ ਇਸ ਤਰ੍ਹਾਂ ਤੁਹਾਡੇ ਦਿਮਾਗ 'ਚ ਇਹ ਚੀਜ਼ਾਂ ਚੱਲਣੀਆਂ ਚਾਹੀਦੀਆਂ। ਇਹ ਉਹ ਬੰਦਾ ਹੀ ਕਰੂਗਾ ਜਿਹੜਾ ਥਿਊਰੀ ਬਹੁਤ ਚੰਗੀ ਤਰ੍ਹਾਂ ਪੜ੍ਹ ਕੇ ਆਇਆ। ਮੈਂ ਵਾਰ-ਵਾਰ ਇਹੀ ਗੱਲ ਕਹਿ ਰਿਹਾ ਤੁਹਾਨੂੰ। ਤਾਂ ਨੈਕਸਟ ਇਹ ਹਾਰਡ ਡਿਸਕ ਹੁੰਦੀ, ਸਭ ਨੂੰ ਪਤਾ ਹੀ ਹੈ। ਅਗਲੇ ਕੁਐਸਚਨ ਵੱਲ ਵਧਦੇ ਆ। ਅਗਲਾ ਤੁਹਾਨੂੰ ਮੈਂ ਕਰਵਾਇਆ ਹੋਇਆ ਜਿਹੜੀ ਹਾਰਡ ਡਿਸਕ ਹੋਗੀ ਜਾਂ ਕੁਝ ਜਿਹੜੀਆਂ ਮੈਮਰੀਜ਼ ਹੋ ਗਈਆਂ, ਸੀਡੀ ਹੋ ਗਈ, ਡੀਵੀਡੀ ਹੋ ਗਈ, ਰੈਮ ਹੋ ਗਈ, ਮੈਗਨੈਟਿਕ ਟੇਪ ਹੋ ਗਈ, ਇਹ ਸਿਕੁਐਂਸ਼ੀਅਲ ਵੀ ਹੋ ਸਕਦੀ ਹੈ, ਡਾਇਰੈਕਟ ਵੀ ਹੋ ਸਕਦੀ ਹੈ। ਡਾਇਰੈਕਟ ਨੂੰ ਆਪਾਂ ਕੀ ਕਹਿ ਦਿੰਦੇ ਆ? ਰੈਂਡਮ ਵੀ ਕਹਿ ਦਿੰਦੇ ਆ। ਹੁਣ ਜਿਵੇਂ ਮੈਂ ਇੱਕ ਐਗਜ਼ਾਮਪਲ ਕਰਵਾਈ ਸੀਗੀ, ਟੀਚਰ ਅਟੈਂਡੈਂਸ ਲਗਾ ਰਿਹਾ ਕਲਾਸ ਦੇ ਵਿੱਚ, 1 ਰੋਲ ਨੰਬਰ 2 3 4, ਉਹ ਸੀਰੀਅਲ ਵਾਈਜ਼ ਲਗਾ ਰਿਹਾ, ਸਿਕੁਐਂਸ਼ੀਅਲ ਲਗਾ ਰਿਹਾ। ਹੁਣ ਮੈਂ ਵੈਸੇ ਬੱਚੇ ਖੜੇ ਕਰਨੇ ਕਲਾਸ 'ਚ, ਮੈਂ ਬੋਲਤਾ ਰੋਲ ਨੰਬਰ 10 ਖੜਾ ਹੋ ਜਾ ਭਾਈ, ਰੋਲ ਨੰਬਰ 20 ਖੜਾ ਹੋ ਜਾ, ਰੋਲ ਨੰਬਰ 25 ਖੜਾ ਹੋ ਜਾ, ਉਹ ਇੱਕ ਰੈਂਡਮਲੀ ਹੋ ਗਿਆ। ਤਾਂ ਹੁਣ ਜਿਵੇਂ ਹੁਣ ਆਪਾਂ ਜਿਵੇਂ ਮੰਨ ਲਓ USB ਹੈ, ਪੈਨ ਡਰਾਈਵ ਹੈ, ਉਹਦੇ 'ਚ ਆਪਾਂ 100 ਗਾਣੇ ਪਾ ਲਏ, 100 ਟਰੈਕ ਪਾ ਲਏ। ਆਪਾਂ 99 ਨੰਬਰ ਟਰੈਕ ਲਗਾਉਣਾ, ਆਪਾਂ ਡਾਇਰੈਕਟ 99 ਨੰਬਰ ਟਰੈਕ ਨੂੰ ਕੀ ਕਰ ਸਕਦੇ ਆ? ਪਲੇ ਕਰ ਸਕਦੇ ਆ। ਉਹਨੂੰ ਕਹਿੰਦੇ ਆ ਰੈਂਡਮ। ਪੁਰਾਣੇ ਟਾਈਮ ਤੇ ਇੱਕ ਰੀਲ ਹੁੰਦੀ ਸੀ ਜਿਹਨੂੰ ਆਪਾਂ ਕਹਿੰਦੇ ਮੈਗਨੈਟਿਕ ਟੇਪ। ਹੁਣ ਉਹਦੇ 'ਚ 5 ਗਾਣੇ ਆ, ਮੰਨ ਲਓ 5ਵਾਂ ਗਾਣਾ ਸੁਣਨਾ, ਪਹਿਲੇ 4 ਕੀ ਕਰਨੇ ਪੈਂਦੇ ਆ? ਫਾਰਵਰਡ ਕਰਨੇ ਪੈਂਦੇ, ਕਿਉਂਕਿ ਉਹ ਕੀ ਹੁੰਦੀ ਹੈ? ਸੀਰੀਅਲ ਵਾਈਜ਼ ਹੁੰਦੀ ਹੈ। ਚਲੋ ਪੜ੍ਹਦੇ ਆਪਾਂ ਕੁਐਸਚਨ ਨੂੰ। ਕਹਿੰਦਾ ਜੀ ਇਟ ਇਜ਼ ਦਾ ਸਿੰਪਲੈਸਟ ਅਸੈਸ ਮੈਥਡ, ਇਨਫੋਰਮੇਸ਼ਨ ਇਨ ਦਾ ਫਾਈਲ ਇਜ਼ ਪ੍ਰੋਸੈਸਡ ਇਨ ਆਰਡਰ, ਵਨ ਰਿਕਾਰਡ ਆਫਟਰ ਅਨਦਰ। ਬਿਲਕੁਲ ਠੀਕ ਹੈ। ਮੰਨ ਲਓ 5 ਗਾਣੇ ਆ ਆਪਣੇ ਕੋਲੇ, ਤਾਂ ਮੰਨ ਲਓ ਇੱਕ ਰਿਕਾਰਡ ਨੂੰ ਅਗਰ ਆਪਾਂ ਸੁਣ ਲਿਆ, ਫਿਰ ਦੂਜਾ ਸੁਣਾਂਗੇ, ਫਿਰ ਤੀਜਾ, ਫਿਰ ਚੌਥਾ, ਫਿਰ ਪੰਜਵਾਂ। ਤਾਂ ਸਭ ਤੋਂ ਸੌਖਾ ਮੈਥਡ ਹੁੰਦਾ ਸੀ ਉਸ ਟਾਈਮ ਤੇ। ਤਾਂ ਸਿਕੁਐਂਸ਼ੀਅਲ ਦੇ ਬਾਰੇ ਬਿਲਕੁਲ ਠੀਕ ਲਿਖਿਆ ਹੋਇਆ। ਡਾਇਰੈਕਟ ਦੇ ਵਿੱਚ ਲਿਖਿਆ, ਕਹਿੰਦਾ ਜੀ ਫਾਈਲ ਇਜ਼ ਮੇਡ ਅਪ ਆਫ ਦਾ ਫਿਕਸ ਲੈਂਥ ਲੌਜੀਕਲ ਰਿਕਾਰਡ that allow the programmer to read and write the record rapidly in no particular order। ਬਿਲਕੁਲ ਠੀਕ ਹੈ। ਜਿਵੇਂ ਮੈਂ ਬੋਲਿਆ ਰੋਲ ਨੰਬਰ 20 25 100 10 ਤਾਂ ਕਿਸੇ ਵੀ ਆਰਡਰ ਦੇ ਵਿੱਚ ਆਪਾਂ ਨੂੰ ਕੀ ਕਰ ਸਕਦੇ ਆ? ਰੀਡ ਵੀ ਕਰ ਸਕਦੇ ਆ, ਰਾਈਟ ਵੀ ਕਰ ਸਕਦੇ ਆ। ਤਾਂ ਦੋਨੇ ਸਟੇਟਮੈਂਟ ਕੀ ਹੋ ਗਈਆਂ ਬੇਟਾ ਤੁਹਾਡੀਆਂ? ਦੋਨੇ ਸਟੇਟਮੈਂਟ ਕੀ ਹੋ ਗਈਆਂ? ਟਰੂ ਹੋ ਗਈਆਂ। ਤਾਂ ਆਨਸਰ ਕੀ ਆ ਜਾਊਗਾ ਜੀ ਤੁਹਾਡਾ? ਡੀ ਆ ਜਾਊਗਾ। ਦੇਖੋ ਪਹਿਲੇ ਇਹਦੇ 'ਚ ਵੀ ਫਾਲਸ ਹੈ, ਇਹਦੇ 'ਚ ਵੀ ਫਾਲਸ ਹੈ, ਇਹਦੇ 'ਚ ਵੀ ਫਾਲਸ ਹੈ। ਦੋਨੇ ਸਟੇਟਮੈਂਟ ਕੀ ਨੇ? ਆਪਣੀਆਂ ਟਰੂ ਨੇ। ਅੱਗੇ ਚੱਲਦੇ ਹਾਂ ਜੀ। ਆਇਡੈਂਟੀਫਾਈ ਦਾ ਕਹਿੰਦਾ ਆਪਸ਼ਨ, ਇਹ ਕੱਲ ਕਰਵਾਤਾ ਸੀ ਵੈਸੇ ਮੈਂ। ਅਲਟਰਾ ਬੁੱਕ ਕੀ ਹੈ ਜੀ? ਸਭ ਤੋਂ ਪਹਿਲੇ ਨੰਬਰ ਤੇ ਆ, ਤੇ ਐਂਡ ਤੇ ਕੀ ਆਊਗਾ ਜੀ? ਡੀ ਤੇ ਆ ਆਊਗਾ ਚੌਥੇ ਨੰਬਰ ਤੇ। ਤਾਂ ਇਹ ਮੈਂ ਕੱਲ ਕਰਵਾਤਾ ਸੀਗਾ, ਜੇ ਤੁਹਾਨੂੰ ਯਾਦ ਹੋਵੇ। ਠੀਕ ਹੈ ਜੀ। ਤਾਂ ਇਹਦਾ ਆਨਸਰ ਕੀ ਆਉਣਾ ਜੀ? 4th ਹੋਣਾ। ਇਹ ਕੁਐਸਚਨ ਰਿਪੀਟ ਹੋ ਗਿਆ। ਤਾਂ ਨੈਕਸਟ ਚੱਲਦੇ ਹਾਂ ਜੀ। ਆ ਸਭ ਤੋਂ ਵੱਡੇ ਕੰਪਿਊਟਰ ਹੁੰਦੇ ਸੀਗੇ, ਅਲਟਰਾ ਬੁੱਕ ਹੈ। ਠੀਕ ਹੈ, ਇਹ ਯਾਦ ਰੱਖਣਾ ਤੁਸੀਂ। ਅਗਲੇ ਕੁਐਸਚਨ ਵੱਲ ਚੱਲਦੇ ਹਾਂ ਜੀ। ਕਹਿੰਦਾ ਆਇਡੈਂਟੀਫਾਈ ਵੈਦਰ ਦਾ ਗਿਵਨ ਸਟੇਟਮੈਂਟ ਆਰ ਟਰੂ অর ਫਾਲਸ।
ਕਹਿੰਦਾ ਸਟੋਰੇਜ ਕਪੈਸਿਟੀ ਆਫ ਦਾ ਮੇਨ ਮੈਮਰੀ ਇਜ਼ ਲਾਰਜਰ ਦੈਨ ਦਾ ਹਾਰਡ ਡਿਸਕ। ਇਹ ਤਾਂ ਗਲਤ ਹੈ ਬੇਟੇ, ਮੇਨ ਮੈਮਰੀ 'ਚ ਕੀ ਆ ਜਾਂਦਾ, ਰੈਮ ਤੇ ਰੋਮ ਆ ਜਾਂਦੀ ਹੈ। ਵੈਸੇ ਜ਼ਿਆਦਾ ਜਿਹੜੀ ਗੱਲ ਕਰਦੇ ਆ ਰੈਮ ਦੀ ਹੀ ਗੱਲ ਹੁੰਦੀ ਹੈ ਮੇਨ ਮੈਮਰੀ 'ਚ, ਰੋਮ ਦੀ ਬਹੁਤ ਘੱਟ ਗੱਲ ਹੁੰਦੀ ਹੈ, ਰੈਮ ਨੂੰ ਹੀ ਮੇਨ ਮੈਮਰੀ ਮੰਨਦੇ ਆ। ਤਾਂ ਰੈਮ ਕਿਵੇਂ ਆਉਂਦੀ ਹੈ ਵੱਧ ਤੋਂ ਵੱਧ, ਜਿਵੇਂ 8 GB ਤੱਕ ਰੈਮ ਆਉਂਦਾ ਹੈ। ਜੇ ਮੈਂ ਹਾਰਡ ਡਿਸਕ ਦੀ ਗੱਲ ਕਰਾਂ 1 ਟੈਰਾਬਾਈਟ ਆ ਰਹੀ ਹੈ ਅੱਜ ਕੱਲ੍ਹ, 1 ਟੈਰਾਬਾਈਟ ਤੋਂ ਉੱਪਰ ਜਾ ਰਹੀ ਹੈ। ਤਾਂ ਟੈਰਾਬਾਈਟ ਤਾਂ ਬਹੁਤ ਵੱਡਾ ਹੁੰਦਾ ਹੈ। ਤਾਂ ਹਮੇਸ਼ਾ ਜਿਹੜੀ ਸਟੋਰੇਜ ਕਪੈਸਿਟੀ ਹੁੰਦੀ ਹੈ ਰੈਮ ਦੀ ਘੱਟ ਹੁੰਦੀ ਹੈ। ਤਾਂ ਪਹਿਲੀ ਸਟੇਟਮੈਂਟ ਕੀ ਹੋ ਗਈ, ਫਾਲਸ ਹੋ ਗਈ। ਕਹਿੰਦਾ ਹਾਰਡ ਡਿਸਕ ਇਜ਼ ਦੇ ਫਾਸਟਰ ਦੈਨ ਦਾ ਸੋਲਿਡ ਸਟੇਟ ਡਰਾਈਵ। ਹੁਣ SSD ਕੀ ਹੈ ਬੇਟੇ, ਹਾਰਡ ਡਿਸਕ ਦਾ ਇੱਕ ਨਵਾਂ ਵਰਜ਼ਨ ਹੈ। ਜਿਵੇਂ ਹਾਰਡ ਡਿਸਕ ਕੀ ਹੈ, ਇੱਕ ਹਾਰਡ ਡਿਸਕ ਹੈਗਾ ਇੱਕ ਮੈਗਨੈਟਿਕ ਡਿਸਕ, ਠੀਕ ਹੈ ਜੀ। ਮੈਗਨੈਟਿਕ ਡਿਸਕ ਕਿਉਂ ਬੋਲਦੇ ਆ ਇਹਨੂੰ, ਕਿਉਂਕਿ ਇਹਦੇ ਚ ਮੈਗਨੈਟਿਕ ਮੀਡੀਅਮ ਲੱਗਾ ਹੈ। ਜਿਵੇਂ CD ਨੂੰ ਆਪਟੀਕਲ ਬੋਲਦੇ, ਉਹ ਚ ਲੇਜ਼ਰ ਲੱਗੀ ਹੁੰਦੀ ਹੈ। USB ਨੂੰ ਬੋਲਦੇ ਆ ਫਲੈਸ਼। ਤਾਂ ਫਲੈਸ਼ ਜਿਹੜੀ ਅੱਜ ਕੱਲ੍ਹ ਸਭ ਤੋਂ ਫਾਸਟ ਚੱਲ ਰਹੀ ਹੈ, ਇਹ ਵੀ ਇੱਕ ਤਰ੍ਹਾਂ ਦੀ ਫਲੈਸ਼ ਡਰਾਈਵ ਹੈ। ਇਹ ਚ ਜਿਹੜੀ ਟੈਕਨੋਲੋਜੀ ਯੂਜ਼ ਹੋਈ ਹੈ ਫਲੈਸ਼ ਹੋਈ ਹੈ। ਤਾਂ ਜਿਹੜੀ SSD ਹੈਗੀ ਹੈ ਬੇਟੇ ਹਾਰਡ ਡਿਸਕ ਤੋਂ ਫਾਸਟ ਹੈ। ਇੱਥੇ ਲਿਖਿਆ ਉਲਟ ਲਿਖਿਆ ਹੋਇਆ, ਤਾਂ ਹਾਰਡ ਡਿਸਕ ਤੋਂ ਫਾਸਟ ਆ ਰਹੀ ਹੈ SSD। ਇਹਦੀ ਫੁੱਲ ਫਾਰਮ ਵੀ ਪੜ੍ਹ ਲੈਣੀ ਹੈ, ਸੋਲਿਡ ਸਟੇਟ ਡਰਾਈਵ। ਇਹ ਵੀ ਕੁਐਸਚਨ ਬਹੁਤ ਵਾਰੀ ਪੁੱਛਦੇ ਆ। ਤਾਂ ਦੋਨੇ ਸਟੇਟਮੈਂਟ ਕੀ ਹੋ ਗਿਆ ਬੇਟੇ, ਫਾਲਸ ਹੋ ਗਈਆਂ। ਤਾਂ ਆਂਸਰ ਕੀ ਬਣ ਜਾਊਗਾ, ਫਸਟ ਬਣ ਜਾਊਗਾ, ਤੁਹਾਨੂੰ ਪਤਾ ਹੀ ਆ। ਇੱਥੇ ਆਂਸਰ ਕੀ ਬਣ ਗਿਆ ਜੀ, A ਬਣ ਗਿਆ। ਨੈਕਸਟ ਚੱਲਦੇ ਆ ਜੀ। ਕਹਿੰਦਾ ਵਿਚ ਆਫ ਦਾ ਫੋਲੋਇੰਗ ਕੀਜ਼ ਕੈਨ ਬੀ ਯੂਜ਼ਡ ਟੂ ਡਿਲੀਟ ਦਾ ਸਿਲੈਕਟਡ ਕੰਟੈਂਟ ਇਨ MS ਵਰਡ। ਤਾਂ ਤੁਹਾਨੂੰ ਪਤਾ ਜਿਹੜੀ ਡਿਲੀਟ ਕੀ ਹੁੰਦੀ ਹੈ, ਡੈਲ ਕੀ ਕੱਲ ਹੀ ਕਰਵਾਈ ਸੀ ਮੈਂ, ਇਹ ਰਾਈਟ ਸਾਈਡ ਤੋਂ ਕੀ ਕਰਦੀ ਹੈ, ਕੰਟੈਂਟ ਕਰੈਕਟਰ ਡਿਲੀਟ ਕਰਦੀ ਹੈ। ਬੈਕ ਸਪੇਸ ਕੀ ਕਰਦੀ ਹੈ, ਲੈਫਟ ਸਾਈਡ ਤੋਂ ਕਰਦੀ, ਪਰ ਦੋਨੇ ਡਿਲੀਟ ਕਰਨ ਦੇ ਕੰਮ ਤਾਂ ਆਉਂਦੀਆਂ ਨਾ। ਤਾਂ ਦੋਨੇ ਕੀ ਹੈਗੀਆਂ ਨੇ, ਡਿਲੀਟ ਕਰਨ ਦੇ ਕੰਮ ਆਉਂਦੀਆਂ। ਤਾਂ ਕੀ ਆਂਸਰ ਆ ਜਾਊਗਾ, ਬੋਥ 1 ਐਂਡ 2 ਆਂਸਰ ਆ ਜਾਊਗਾ। ਕਿੰਨਾ ਸੌਖਾ ਕੁਐਸਚਨ ਪਾਇਆ, ਪਰ ਬੱਚੇ ਇੱਥੇ ਵੀ ਉਲਝ ਜਾਂਦੇ ਆ। ਕਈ ਵਾਰੀ ਸੌਖਾ ਕੁਐਸਚਨ ਦੇ ਵਿੱਚ ਵੀ ਔਖੀ ਚੀਜ਼ ਲੱਭਣੀ ਸ਼ੁਰੂ ਕਰ ਦਿੰਦੇ ਆ। ਅਗਲਾ ਆ ਗਿਆ ਜੀ, ਕਹਿੰਦਾ ਆਇਡੈਂਟੀਫਾਈ ਵੈਦਰ ਦਾ ਗਿਵਨ ਸਟੇਟਮੈਂਟ ਟਰੂ ਔਰ ਫਾਲਸ। ਵਿੰਡੋ XP ਇਜ਼ ਦਾ ਡੈਸਕਟਾਪ ਆਪਰੇਟਿੰਗ ਸਿਸਟਮ। तो बेटा विंडो XP हो गया, डॉस हो गया, विस्टा हो गया, 10 होगी, विंडो 11 होगी, सारे की ने ਤੁਹਾਡੇ ਡੈਸਕਟਾਪ ਦਾ ਮਤਲਬ ਹੁੰਦਾ ਜਿਹੜਾ ਤੁਹਾਡਾ ਪਰਸਨਲ ਕੰਪਿਊਟਰ ਹੈ। ਤਾਂ ਇਹ ਕੀ ਹੁੰਦੇ, ਸਾਰੇ ਆਪਰੇਟਿੰਗ ਸਿਸਟਮ ਹੁੰਦੇ ਆ। ਬਿਲਕੁਲ ਠੀਕ ਹੈ। ਰੈਡ ਹੈਟ ਲਾਈਨੈਕਸ ਹੋ ਗਿਆ, ਯੂਨਿਕਸ ਹੋ ਗਿਆ, ਬੇਟੇ ਸਾਰੇ ਸਰਵਰ ਹੁੰਦੇ ਆ, ਇਹ ਨੈਟ ਚਲਾਉਣ ਦੇ ਕੰਮ ਆਉਂਦੇ ਆ। ਠੀਕ ਹੈ। ਤਾਂ ਦੋਨੇ ਸਟੇਟਮੈਂਟ ਕੀ ਹੋ ਗਈ ਆਪਣੀਆਂ, ਟਰੂ ਹੋ ਗਈਆਂ। ਤਾਂ ਆਨਸਰ ਕੀ ਆ ਜਾਊਗਾ ਤੁਹਾਡਾ, ਫੋਰਥ ਆ ਜਾਊਗਾ, ਟਰੂ ਐਂਡ ਟਰੂ। ਠੀਕ ਹੈ, ਦੋਨੇ ਕੀ ਨੇ, ਟਰੂ ਐਂਡ ਟਰੂ ਨੇ। ਤਾਂ ਆਨਸਰ ਕੀ ਆ ਜਾਊਗਾ ਜੀ ਆਪਣਾ, ਫੋਰਥ ਆ ਜਾਊਗਾ। ਚਲੋ ਜੀ ਨੈਕਸਟ ਚੱਲਦੇ ਹਾਂ ਜੀ, ਆਪਾਂ ਅਗਲੇ ਕੁਐਸਚਨ ਵੱਲ ਮੂਵ ਕਰਦੇ ਹਾਂ। ਅਗਲਾ ਕੁਐਸਚਨ ਹੈਗਾ ਜੀ ਆਪਣਾ, ਕਹਿੰਦਾ ਵਿਚ ਆਫ ਦਾ ਫੋਲੋਇੰਗ ਆਰ ਦਾ ਵੈਲਿਡ ਕੈਟਾਗਰੀ ਆਫ ਦਾ IP ਐਡਰੈਸ। ਤੁਹਾਨੂੰ ਮੈਂ ਦੱਸਿਆ ਜਿਹੜੀ IP ਹੁੰਦਾ ਇੰਟਰਨੈਟ ਪ੍ਰੋਟੋਕਾਲ ਹੁੰਦਾ, ਇਹ IP ਵਰਜ਼ਨ 4 ਆਇਆ, ਇੱਕ ਤਾਂ ਇੱਕ 6 ਆਇਆ। ਠੀਕ ਹੈ। ਤਾਂ IP ਤੇ IP4 ਇੱਕੋ ਗੱਲ ਹੀ ਹੈ। ਜਿਹੜਾ IP4 ਹੈਗਾ ਬੇਟੇ, ਇਹ ਡੈਸੀਮਲ ਚ ਲਿਖਿਆ ਜਾਂਦਾ ਹੈ। ਜਿਹੜਾ IP6 ਹੈ ਇਹਨੂੰ ਹੈਕਸਾ ਡੈਸੀਮਲ ਦੇ ਵਿੱਚ ਲਿਖਦੇ ਆ। ਇਹ 32 ਬਿਟ ਲੰਮਾ ਹੁੰਦਾ, 128 ਬਿਟ ਲੰਮਾ ਹੁੰਦਾ। ਠੀਕ ਹੈ ਜੀ। ਹੁਣ ਗੱਲ ਕੀ ਹੈ, ਜਿਹੜੇ ਇੱਥੇ IP4 ਤੇ 6 ਵੈਲਿਡ ਆ, ਜਿਹੜਾ ਆ ਹੈਗਾ ਇਹ ਇਨਵੈਲਿਡ ਹੈ। ਉਹਨਾਂ ਨੇ ਪੁੱਛਿਆ ਵੀ ਕਿਹੜੇ ਵੈਲਿਡ ਹੈਗੇ ਨੇ, ਤਾਂ ਕਿਹੜੇ ਹੈਗੇ ਨੇ 1 ਐਂਡ 3rd। 1 ਐਂਡ 3rd ਤਾਂ ਆਨਸਰ ਕੀ ਆ ਜਾਊਗਾ, ਫਸਟ ਹੀ ਆਨਸਰ ਪਿਆ ਆਪਣਾ। ਠੀਕ ਹੈ ਜੀ, ਫਸਟ ਕੀ ਪਿਆ ਆਪਣਾ, ਆਨਸਰ ਪਿਆ। ਅਗਲਾ ਆ ਗਿਆ ਜੀ, ਕਹਿੰਦਾ ਵਿਚ ਆਫ ਦਾ ਫੋਲੋਇੰਗ ਇਜ਼ ਦਾ ਕਨੈਕਸ਼ਨ ਓਰੀਐਂਟਡ। ਤੁਹਾਨੂੰ ਮੈਂ ਦੱਸਿਆ ਸੀ ਕਨੈਕਸ਼ਨ ਓਰੀਐਂਟਡ ਦਾ ਮਤਲਬ ਕੀ, ਜਿਹੜਾ ਰਿਲਾਈਏਬਲ ਡਿਲੀਵਰੀ ਕਰੂਗਾ। ਕਨੈਕਸ਼ਨ ਓਰੀਐਂਟਡ ਦਾ ਮਤਲਬ ਕੀ ਹੈ ਕਿ ਹੁਣ ਮੰਨ ਲਓ A ਨੇ B ਨੂੰ ਕੀ ਕੀਤਾ, ਡਾਟਾ ਸੈਂਡ ਕੀਤਾ, ਤਾਂ ਇਹਨੇ ਅੱਗੋਂ ਕਹਿਤਾ ਭਾਈ ਸਾਹਿਬ ਮੈਨੂੰ ਡਾਟਾ ਪਹੁੰਚ ਗਿਆ, ਐਕਨੋਲਜਮੈਂਟ ਪਹੁੰਚਾਤੀ। ਤਾਂ ਦੋਨਾਂ ਵਿਚਕਾਰ ਕੀ ਹੈ, ਕਨੈਕਸ਼ਨ ਜਨਰੇਟ ਹੋ ਰਿਹਾ। ਹੁਣ ਮੰਨ ਲਓ ਜਿਵੇਂ ਮੈਂ ਬੋਲ ਰਿਹਾ, ਤੁਸੀਂ ਸੁਣ ਰਹੇ ਹੋ, ਆਪਣੇ ਵਿੱਚ ਕੀ ਹੈ, ਇੱਕ ਕਨੈਕਸ਼ਨ, ਇੱਕ ਬਾਉਂਡ ਹੈ। ਹੁਣ ਮੰਨ ਲਓ ਇਧਰੋਂ ਤੁਸੀਂ ਵੀ ਬੋਲਣ ਲੱਗ ਗਏ, ਮੈਂ ਵੀ ਬੋਲਣ ਲੱਗ ਗਿਆ, ਤਾਂ ਕੀ ਬਣ ਜੂਗੀ, ਇਹ ਮੰਡੀ ਬਣ ਜੂਗੀ, ਸਬਜ਼ੀ ਮੰਡੀ। ਤਾਂ ਕੋਈ ਕਨੈਕਸ਼ਨ ਜਨਰੇਟ ਨਹੀਂ ਹੋ ਰਿਹਾ ਆਪਣੇ ਵਿੱਚ। ਤਾਂ ਇੱਥੇ ਆਨਸਰ ਕੀ ਆ ਜਾਊਗਾ, TCP ਕੱਲਾ ਆ ਜਾਊਗਾ। ਕਿਹੜਾ UDP ਹੈਗਾ ਉਹ ਕਨੈਕਸ਼ਨ ਲੈਸ ਹੁੰਦਾ। ਤਾਂ ਨੋਟ ਕਰ ਲਿਓ, ਜਿਹੜਾ UDP ਹੁੰਦਾ ਉਹ ਕੀ ਹੁੰਦਾ ਬੇਟੇ, ਉਹ ਕਨੈਕਸ਼ਨ ਲੈਸ ਹੁੰਦਾ ਕਨੈਕਸ਼ਨ। ਠੀਕ ਹੈ ਜੀ, ਕਨੈਕਸ਼ਨ ਲੈਸ ਓਰੀਐਂਟਡ ਹੁੰਦਾ। ਚਲੋ ਤਾਂ ਇੱਥੇ ਆਨਸਰ ਕੀ ਆ ਜਾਊਗਾ ਜੀ, ਓਨਲੀ 1 ਆ ਜਾਊਗਾ। ਤਾਂ 3rd ਆਨਸਰ ਬਣ ਜੂਗਾ ਮੇਰਾ। 28ਵੇਂ ਦਾ ਆਨਸਰ ਕੀ ਬਣ ਗਿਆ ਜੀ ਆਪਣਾ, C ਬਣ ਗਿਆ। ਅਗਲਾ ਕੁਐਸਚਨ ਸਟੇਟਮੈਂਟ ਦੱਸਣੀਆਂ ਨੇ, ਟਰੂ ਕੇ ਫਾਲਸ ਹੈ, ਬਹੁਤ ਸੌਖਾ ਹੈ। ਕਹਿੰਦਾ ਜਿਹੜਾ ਕੰਪਿਊਟਰ ਹੈਗਾ, ਕਹਿੰਦਾ ਆਰ ਦਾ ਮਸ਼ੀਨ ਦੈਟ ਕੈਨ ਬੀ ਪ੍ਰੋਗਰਾਮਡ ਟੂ ਫੋਲੋ ਦਾ ਇੰਸਟਰਕਸ਼ਨ, ਦੇ ਡੂ ਨਾਟ ਹੈਵ देयर ਓਨ ਪ੍ਰਾਇੋਰਟੀ। ਤੁਹਾਨੂੰ ਪਤਾ ਕੰਪਿਊਟਰ ਦੀ ਆਪਦਾ ਕੋਈ ਦਿਮਾਗ ਨਹੀਂ ਹੁੰਦਾ, ਉਹ ਕਿਵੇਂ ਕੰਮ ਕਰਦਾ, ਜੋ ਉਹਨੂੰ ਇੰਸਟਰਕਸ਼ਨ ਦਿੱਤੀਆਂ ਜਾਂਦੀਆਂ। ਇੰਸਟਰਕਸ਼ਨ ਕਿਵੇਂ ਦਿੰਨੇ ਆਪਾਂ, ਸੌਫਟਵੇਅਰ ਦੇ ਥਰੂ ਦਿੰਨੇ ਆ, ਕਿ ਮੰਨ ਲਓ ਰਾਈਟ ਕਲਿੱਕ ਕਰਾਂਗੇ, ਇੱਥੇ ਕਲਿੱਕ ਕਰੋ ਤਾਂ ਆਹ ਕੰਮ ਹੋਊਗਾ, ਐਵੇਂ ਕਰਾਂਗੇ ਤਾਂ ਆਹ ਕੰਮ ਹੋਊਗਾ। ਤਾਂ ਪਹਿਲੀ ਸਟੇਟਮੈਂਟ ਟਰੂ ਹੋ ਗਈ। ਦੂਜਾ ਕਹਿੰਦਾ ਕੰਪਿਊਟਰ ਪਰਫਾਰਮ ਆਲ ਦਾ ਇੰਸਟਰਕਸ਼ਨ ਵਿਦ ਦਾ ਸੇਮ ਸਪੀਡ। ਬਿਲਕੁਲ ਠੀਕ ਹੈ, ਚਾਹੇ ਔਖੀ ਚੀਜ਼ ਆ ਜਾਵੇ, ਚਾਹੇ ਕੀ ਆ ਜਾਵੇ, ਸੌਖੀ ਚੀਜ਼ ਆ ਜਾਵੇ। ਠੀਕ ਹੈ ਜੀ, ਉਹਨੇ ਕੀ ਕਰਨਾ, ਇੱਕੋ ਹਿਸਾਬ ਨਾਲ ਕੰਮ ਕਰਨਾ ਹੈ। ਕਹਿੰਦਾ ਆਲ ਦਾ ਕੰਪਿਊਟਰ ਟੂਡੇ ਹੈਵ ਦਾ ਸੇਮ ਪ੍ਰੋਸੈਸਿੰਗ ਪਾਵਰ, ਗਲਤ ਹੈ। ਹੁਣ ਜੇ ਮੈਂ ਆਪਾਂ ਗੱਲ ਕਰੀਏ, ਜਿਹੜਾ i3 ਪ੍ਰੋਸੈਸਰ ਹੈ ਉਹਦੀ ਆਪਣੀ ਪਾਵਰ ਹੈ, i5 ਦੀ ਆਪਣੀ ਹੈ, i9 ਦੀ ਆਪਣੀ ਹੈ, AMD ਦੀ ਵੱਖਰੀ ਹੈ, ਇੰਟੈਲ ਦੀ ਵੱਖਰੀ ਹੈ। ਯਾਨੀ ਕਿ ਪ੍ਰੋਸੈਸਰ ਜਿੰਨਾ ਮਹਿੰਗਾ ਲਈ ਜਾਓਗੇ ਉਨੀ ਸਪੀਡ ਵਧੀ ਜਾਊਗੀ। ਇਹ ਫਾਲਸ ਹੋ ਗਿਆ। ਕਹਿੰਦਾ ਕੰਪਿਊਟਰ ਇਜ਼ ਅ ਡੰਮ ਮਸ਼ੀਨ। ਡੰਮ ਦਾ ਮਤਲਬ ਹੁੰਦਾ ਜਿਵੇਂ ਮੰਨ ਲਓ ਆਪਣੇ ਆਪ ਕੁਝ ਨਹੀਂ ਸੋਚ ਸਕਦਾ। ਠੀਕ ਹੈ, ਆਪਣੇ ਆਪ ਕੋਈ ਕੰਮ ਨਹੀਂ ਕਰ ਸਕਦਾ, ਜਿੰਨਾ ਆਪਾਂ ਉਹਨੂੰ ਕੀ ਕਰਦੇ ਆ, ਕੰਮ ਦਿੰਦੇ ਨਹੀਂ ਜਾਂ ਇੰਸਟਰਕਸ਼ਨ ਨਹੀਂ ਦਿੰਦੇ। ਤਾਂ ਇਹ ਵੀ ਠੀਕ ਹੈ। ਯਾਨੀ ਕਿ ਪਹਿਲੀ ਦੂਜੀ ਟਰੂ ਹੋ ਗਈ, ਤੀਜੀ ਕੀ ਹੋ ਗਈ, ਫਾਲਸ। ਮੈਨੂੰ ਲੱਗਦਾ B ਆਨਸਰ ਬਣੂਗਾ, ਟਰੂ ਟਰੂ ਫਾਲਸ ਟਰੂ। ਠੀਕ ਹੈ ਜੀ, B ਆਨਸਰ ਬਣਦਾ ਪਿਆ। ਤਾਂ ਲਾਸਟ ਕੁਐਸਚਨ ਹੈ ਬੇਟਾ,
ਇਹ ਵੀ ਬਹੁਤ ਸੌਖਾ ਸੀ, ਈਮੇਲ ਤੋਂ ਆਇਆ ਹੈ। ਕਹਿੰਦਾ when people get an email they will see all the people who are placed। ਤਾਂ ਤੁਹਾਨੂੰ ਮੈਂ ਦੱਸਿਆ ਵੀ ਸੀਸੀ ਤੇ ਬੀਸੀਸੀ ਇਹਦੇ ਵਿੱਚ ਬੱਚਿਆਂ ਨੂੰ ਬਹੁਤ ਕਨਫਿਊਜ਼ਨ ਹੁੰਦੀ ਹੈ। ਇਹਨੂੰ ਕਹਿ ਦਿੰਦੇ ਆ ਕਾਰਬਨ ਕਾਪੀ। ਕੀ ਕਹਿ ਦਿੰਦੇ ਆ? ਕਾਰਬਨ ਕਾਪੀ। ਤੇ ਇਹਨੂੰ ਕੀ ਕਹਿ ਦਿੰਦੇ ਆ? ਬਲਾਈਂਡ ਕਾਰਬਨ ਕਾਪੀ। ਠੀਕ ਹੈ ਜੀ। ਬਲਾਈਂਡ ਦੇ ਵਿੱਚ ਕੀ ਹੈ ਕਿ ਜਿਹੜੇ ਬੰਦਿਆਂ ਨੂੰ, ਹੁਣ ਦੇਖੋ ਮੈਂ ਪਹਿਲਾਂ ਵੀ ਕਰਵਾਇਆ, ਚਲੋ ਤੁਹਾਨੂੰ ਮੈਂ ਇੱਕ ਵਾਰ ਦਿਖਾ ਵੀ ਦਿੰਦਾ। ਆਹ ਚੀਜ਼ ਹੁੰਦੀ ਹੈ, ਆਹ ਧਿਆਨ ਨਾਲ ਸਮਝ ਲਿਓ, ਤੁਹਾਨੂੰ ਸਾਰੀ ਗੱਲ ਸਮਝ ਆ ਜਾਊਗੀ। ਹੁਣ ਮੰਨ ਲਓ ਫਰੋਮ ਆ ਮੇਲ ਆਈ ਆਪਾਂ ਨੂੰ ਇਸ ਬੰਦੇ ਤੋਂ, ਠੀਕ ਹੈ ਜੀ। ਹੁਣ ਇਹਨੇ ਕੀ ਕੀਤਾ, ਟੂ ਇਹਨੂੰ ਭੇਜੀ ਹੈ, ਸੀਸੀ ਦੇ ਵਿੱਚ ਆਹ ਪਾਤਾ, ਬੀਸੀਸੀ ਦੇ ਵਿੱਚ ਆਹ ਪਾਤਾ, ਯਾਨੀ ਕਿ 3 ਬੰਦਿਆਂ ਨੂੰ ਮੇਲ ਆਈ ਹੈ। ਹੁਣ ਜਿਹੜਾ ਆਹ ਬੰਦਾ ਪਾਰਟਨਰਸ਼ਿਪ ਵਾਲੇ ਨੂੰ ਪਤਾ ਲੱਗ ਗਿਆ ਵੀ ਐਡੀਟਰ ਨੂੰ ਵੀ ਮੇਲ ਗਈ ਹੈ, ਐਡੀਟਰ ਨੂੰ ਪਤਾ ਲੱਗ ਗਿਆ ਇਹਨੂੰ ਵੀ ਮੇਲ ਗਈ ਹੈ। ਜਿਹੜਾ ਬੌਸ ਹੈਗਾ ਉਹਨੂੰ ਪਤਾ ਲੱਗ ਗਿਆ ਵੀ ਐਡੀਟਰ ਨੂੰ ਵੀ ਗਈ ਹੈ, ਪਾਰਟਨਰਸ਼ਿਪ ਨੂੰ ਗਈ ਹੈ, ਲੇਕਿਨ ਇਹਨਾਂ ਦੋਵਾਂ ਨੂੰ ਨਹੀਂ ਪਤਾ ਲੱਗਾ ਵੀ ਬੌਸ ਨੂੰ ਗਈ ਹੈ। ਕਿਉਂ? ਕਿਉਂਕਿ ਉਹ ਆਪਾਂ ਕੀ ਚ ਪਾਇਆ? ਬੀਸੀਸੀ ਦੇ ਵਿੱਚ ਪਾਇਆ ਹੋਇਆ ਹੈ। ਹੁਣ ਕੁਐਸਚਨ ਧਿਆਨ ਨਾਲ ਪੜੋਗੇ ਤੁਹਾਨੂੰ ਸਮਝ ਆ ਜਾਊਗਾ। ਕਹਿੰਦਾ ਜੀ ਕੁਐਸਚਨ ਕੀ ਕਹਿ ਰਿਹਾ? ਕਹਿੰਦਾ when people get an email they will see all the people। ਹੁਣ ਸਾਰੇ ਪੀਪਲ ਦੇਖੇ ਜਾ ਸਕਦੇ ਆ ਵਿਦਆਊਟ ਬੀਸੀਸੀ, ਕਿਉਂਕਿ ਬੀਸੀਸੀ ਵਾਲੇ ਬੰਦੇ ਨਹੀਂ ਦੇਖੇ ਜਾ ਸਕਦੇ, ਤਾਂ 2 ਵਾਲੇ ਵੀ ਦੇਖੇ ਜਾ ਸਕਦੇ ਆ, ਸੀਸੀ ਵਾਲੇ ਵੀ ਦੇਖੇ ਜਾ ਸਕਦੇ ਆ। ਤਾਂ ਸਿੰਪਲ ਇਹਨੇ ਕੁਐਸਚਨ ਪੁੱਛ ਲਿਆ ਵੀ ਆਪਾਂ ਕਿਹੜੇ ਦੇਖ ਸਕਦੇ ਆ, ਤਾਂ ਓਨਲੀ ਫਸਟ ਐਂਡ ਸੈਕੰਡ ਵਾਲਾ ਦੇਖ ਸਕਦੇ ਆ, ਕਿਉਂਕਿ ਜਿਹੜਾ ਬੀਸੀਸੀ ਹੁੰਦਾ ਬਲਾਈਂਡ ਹੁੰਦਾ, ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਕਿਹਨੂੰ ਮੇਲ ਗਈ ਹੈ ਕਿਹਨੂੰ ਨਹੀਂ ਗਈ। ਤਾਂ ਆਈ ਹੋਪ ਤੁਹਾਨੂੰ ਇਹ ਸਾਰਾ ਸਮਝ ਆ ਗਿਆ ਹੋਊਗਾ। ਇੱਕ ਬਹੁਤ ਜ਼ਿਆਦਾ ਮਿਹਨਤ ਕਰਕੇ ਬੇਟਾ ਤੁਹਾਡੇ ਵਾਸਤੇ ਸੀਰੀਜ਼ ਤਿਆਰ ਕੀਤੀ ਹੈ। ਦੇਖੋ ਪ੍ਰਾਈਸ ਬਹੁਤ ਹੀ ਨੋਮੀਨਲ ਰੱਖਿਆ ਸੀ, ਤੁਸੀਂ ਵੀ ਬਹੁਤ ਸਪੋਰਟ ਕੀਤੀ ਹੈ। ਇਹਦਾ ਕੋਈ ਮਕਸਦ ਪੈਸੇ ਕਮਾਉਣਾ ਨਹੀਂ ਸੀਗਾ, ਇੱਕ ਜਸਟ ਬਹੁਤ ਇੱਕ ਬੈਕਐਂਡ ਤੇ ਕੁਝ ਕੰਮ ਚੱਲਦੇ ਹੁੰਦੇ ਆ, ਕਦੇ ਸ਼ੇਅਰ ਕਰਾਂਗੇ ਤੁਹਾਡੇ ਨਾਲ ਜ਼ਰੂਰ। ਕਿਉਂਕਿ ਗੁਰੂ ਨਾਨਕ ਸਾਹਿਬ ਕਹਿੰਦੇ ਆ ਵੀ ਜਦੋਂ ਆਪਾਂ ਕਿਸੇ ਦਾ ਭਲਾਈ ਕਰਦੇ ਆ ਨਾ, ਜਿਵੇਂ ਅੱਜ ਕੱਲ੍ਹ ਮੈਨੂੰ ਬੜਾ ਦੁੱਖ ਲੱਗਦਾ, ਕੋਈ ਬੰਦਾ ਕਿਸੇ ਨੂੰ 2 ਰੋਟੀਆਂ ਦੇਣ ਜਾਂਦਾ, ਉਹਦੀ ਵੀਡੀਓ ਬਣਾ ਕੇ ਲੈ ਆਉਂਦਾ, ਉਹ ਚੀਜ਼ ਨਹੀਂ ਹੋਣੀ ਚਾਹੀਦੀ। ਤਾਂ ਕੋਈ ਨਾ ਕੋਈ ਜ਼ਿੰਮੇਵਾਰੀ ਮੇਰੇ ਤੇ ਵੀ ਹੈਗੀ ਆ, ਕੁਝ ਅਜਿਹੇ ਬੱਚੇ ਆ ਜਿਨ੍ਹਾਂ ਦਾ ਸਟੱਡੀ ਖਰਚਾ ਚੱਕਣਾ ਪੈਂਦਾ ਆਪਾਂ ਨੂੰ, ਤੇ ਇਸ ਕਰਕੇ ਥੋੜਾ ਬਹੁਤ ਆਪਾਂ ਨੂੰ ਪੇਡ ਕਰਨਾ ਪੈਂਦਾ। ਪਰ ਇੱਕ ਗਰੰਟੀ ਇਹ ਹੈ ਵੀ ਜਿਹੜੀ ਆ 200 ਵਾਲੀ ਚੀਜ਼ ਹੈ ਤੁਹਾਨੂੰ ਇਹ ਕਿਤੇ 2000 ਚ ਨਹੀਂ ਮਿਲਣੀ, ਇਹ ਗਰੰਟੀ ਹੈ। ਠੀਕ ਹੈ। ਤਾਂ ਜੇ ਤੁਹਾਨੂੰ ਵਧੀਆ ਲੱਗ ਰਿਹਾ ਬੇਟੇ ਤਾਂ ਹੋਰ ਸਪੋਰਟ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ, ਜ਼ਿਆਦਾ ਬੱਚੇ ਆਪਣੇ ਨਾਲ ਕਨੈਕਟ ਕਰੋ, ਤਾਂ ਜੋ ਆਪਣੀ ਕੀਤੀ ਹੋਈ ਮਿਹਨਤ ਸਫਲ ਹੋ ਜਾਵੇ। ਕਿਉਂਕਿ ਜਿੰਨੇ ਵੱਧ ਬੱਚੇ ਆਉਣਗੇ ਬੇਟਾ ਉਨਾ ਹੀ ਮੈਨੂੰ ਫਾਇਦਾ ਹੋਊਗਾ। ਬਾਕੀ ਕੰਟੈਂਟ ਤੁਹਾਨੂੰ ਪਤਾ ਲੱਗ ਗਿਆ ਹੋਊਗਾ, ਬਹੁਤ ਵਧੀਆ ਆਪਾਂ ਕਰ ਰਹੇ ਹਾਂ। ਬਾਕੀ ਪੜ੍ਹਦੇ ਰਹੋ, ਮਹਾਰਾਜ ਕਿਰਪਾ ਕਰਨ, ਆਪਾਂ ਇਹ ਅਰਦਾਸ ਕਰਦੇ ਸਾਰੇ ਬੱਚਿਆਂ ਨੂੰ ਨੌਕਰੀ ਦੀ ਦਾਤ ਬਖਸ਼ਣ। ਸ਼ੁਕਰੀਆ ਜੀ, ਧੰਨਵਾਦ। ਅਗਲੀ ਵੀਡੀਓ ਚ ਮਿਲਦੇ ਹਾਂ। ਅਗਲਾ ਟੈਸਟ ਤੁਸੀਂ ਪਰਫਾਰਮ ਕਰਿਓ, ਸ਼ਾਮ ਨੂੰ ਉਹਦੀ ਵੀਡੀਓ ਪਾਉਣ ਦੀ ਕੋਸ਼ਿਸ਼ ਕਰੂੰਗਾ ਮੈਂ।